ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਨਿੱਕੇ ਘੁੰਮਣਾ ਵਾਲੇ ਉਹਨਾਂ ਦੇ ਸੇਵਕ ਬਾਬਾ ਭਗਤ ਸਿੰਘ ਜੀ ਦੀ ਸਾਲਾਨਾ ਬਰਸੀ ਮਿਤੀ 27 ਜੂਨ ਨੂੰ ਮਨਾਈ ਗਈ। ਇਸ ਮੌਕੇ ਸ਼੍ਰੀ ਅਖੰਡ ਪਾਠ ਜੀ ਦੇ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਪੁੱਜੀਆਂ ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਵੀ ਅਟੁੱਟ ਵਰਤਾਏ ਗਏ ਜਿਨ੍ਹਾਂ ਨੂੰ ਸੰਗਤਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਛਕਿਆ। ਸਾਈ ਟੀਮ ਨੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਬਾਬਾ ਜੀ ਦੇ ਜੀਵਨ ਬਾਰੇ ਸਾਨੂੰ ਜਾਣਕਾਰੀ ਦਿੱਤੀ। ਆਓ ਨਜ਼ਰ ਮਾਰਦੇ ਹਾਂ ਬਰਸੀ ਸਮਾਗਮ ਦੀਆਂ ਝਲਕੀਆਂ ਤੇ। ਸਭ ਤੋਂ ਵੱਡੇ ਜਿਵੇਂ ਅਸੀਂ ਜਗ੍ਹਾ ਤੇ ਸੰਤ ਭਗਤ ਸਿੰਘ ਜੀ ਜਿਨ੍ਹਾਂ ਨੇ ਹਰ ਸਾਲ ਗੁਰਦੇਵ ਸਿੰਘ ਜੀ ਜਿਨ੍ਹਾਂ ਨੂੰ ਛੋਟਾ ਨਾਮ ਗੁੱਟੂ ਕਰਕੇ ਗਲੀ ਮੁਹੱਲੇ ਤੇ ਜਾਣਦੇ ਨੇ ਉਹਨਾਂ ਦੀ ਯਾਦ ਨੂੰ ਸਲਾਮਾ ਕਰਦੇ ਨੇ। ਇਹ ਸਾਰਾ ਸ਼ਬਦ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹਨਾਂ ਤੋਂ ਚੁੱਕਦਾ ਹੈ। ਕਹਿੰਦੇ ਸੇਵਕ ਜਨ ਬਣੇ ਠਾਕੁਰ ਲਿਵ ਲਾਗੈ। ਕਹਿੰਦੇ ਜਿਸ ਮੁਖ ਦੀ ਪ੍ਰੀਤ ਮਾਲਕ ਪ੍ਰਭੂ ਦੇ ਚਰਨਾਂ ਦੇ ਨਾਲ ਬਣ ਗਈ ਲੱਗ ਗਈ ਚਿੱਤ ਜੁੜ ਗਿਆ। ਸਤਨਾਮ ਵਾਹਿਗੁਰੂ ਜੀ ਕੀ ਫਤਿਹ। ਜਨ ਨਾਨਕ ਕੇ ਪ੍ਰਭੂ ਸੁੰਦਰ ਸਾਮੀ ਮੋਹਿ ਬਨ ਸਰੇ ਅਮਰ ਨਾ ਲਾਗੈ। ਜਨ ਨਾਨਕ ਕੇ ਪ੍ਰਭੂ ਸੁੰਦਰ ਸਾਮੀ ਮੋਹਿ ਬਨ ਸਰੇ ਅਮਰ ਨਾ ਲਾਗੈ। बाबा जी वो महापुरख जिन्होंने सारी जिंदगी सेवा की और ਲੱਖਾਂ ਸੰਗਤਾਂ ਨੂੰ श्री गुरु ग्रंथ साहब के लड़ लगाया। एक नई पीढ़ चलाई कि तुसी लोगों की पॉजिटिविटी एक हमेशा तुसी एक पॉजिटिव एंटी बन के लोगों की सेवा करनी है। की कहना चाहोगे अज तुसी उन्हां दी बरसी दे उत्ते पहुंचे हो और हज़ारां संगतां जिहड़ियां नतमस्तक हो गईयां ने, की कहना चाहोगे? सब तो बड़ा मुश्किल करते हैं जिन्होंने अपने जीवन भक्ति लोक सेवा के लाए अनेकों जीवन बड़े प्यार के तरीके मालक खाणिया तो वैष्णो गति जोड़िया परमेश्वर के नाम सिमरन का रस्ता बड़े प्यार सत्कारयोग समझाना किया। सारे उनका ये चलता से कोई भेख का प्रभाव नहीं सी सिर पर पाँगे, बिल्कुल निम्रता के रहना, कभी क्रोध में नहीं आना, गुस्सा नहीं आना। इस तरह वो महापुरख जब इस लैन में गए जब महापुरखों के दर्शन करने तो बाद जो भी उन्होंने उपराला किया बहुत वधिया किया। अनेकों जीवन माड़ी संगत चो हटा के मालक खाने को हटा के सीधे मार्ग पर पाया, वैष्णो गति का उपदेश दिता तो अपने जीवन में बड़ा निरंता के नाम गरीबी बेस रख के मन निगाह रख के कोई हंकार नहीं कोई मान नहीं, इस तरह परमेश्वर के दुखे में उन्होंने बरसी कर जाने के उन्होंने प्रेमियों के संस्थान के दर्शन किए नहीं। सतगुरु इस तरह भला करे उन्होंने वध के उन्होंने यादों में जोड़िया समागम किए जाते हैं वध तो वध करना। इस तरह की जीवनी से बहुत ठंडा सुभाव वाले मन नहीं कर सकते।
3 ਵਾਰੀ ਉਹਨਾਂ ਦੇ ਮੈਂ ਦਰਸ਼ਨ ਦਿਦਾਰ ਖੁਦ ਕੀਤੇ। ਉਹਨਾਂ ਦੇ ਜੋ ਵੀ ਬਚਨ ਸਨ ਬਹੁਤ ਵਧੀਆ ਤੇ ਸੱਚੇ ਸਨ, ਸੁੱਚੇ ਸਨ, ਬਹੁਤ ਵਧੀਆ ਸੀ। ਇਹਨੇ ਕੋਈ ਮੈਂ ਉਹਨਾਂ ਬਾਰੇ ਹਾਲ ਹੀ ਨਹੀਂ ਦੱਸ ਸਕਦਾ। ਬਾਕੀ ਉਹਨਾਂ ਦੇ ਪ੍ਰੇਮੀ ਜਿਹੜੇ ਬਿਲਕੁਲ ਨਜ਼ਦੀਕ ਰਹੇ ਨੇ ਉਹ ਬਹੁਤ ਹੀ ਉਹਨਾਂ ਬਾਰੇ ਜਾਣਦੇ ਹਨ। ਇਹ ਸੀ ਉਹਨਾਂ ਦੀ ਵਡਿਆਈ, ਉਹਨਾਂ ਦੀ ਭਗਤੀ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲੇ ਗੁਰੂ ਨਾਨਕ ਦੀ ਜੋਤ, ਉਹਨਾਂ ਦੇ ਪੂਜਨੀਕ ਸੇਵਕ ਬਾਬਾ ਜੀ ਭਗਤ ਸਿੰਘ ਜੀ, ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਜਿਹੜਾ ਸੀ ਭਗਤੀ ਦੇ ਵਿੱਚ ਲਾਤਾ। ਅੱਜ ਭਾਈ ਸਾਹਿਬ ਬਚਨ ਕਰ ਰਹੇ ਕਿ 10 ਸਾਲ ਉਹਨਾਂ ਪੁਲਿਸ ਦੀ ਨੌਕਰੀ ਕੀਤੀ। ਉਸ ਤੋਂ ਬਾਅਦ ਮੈਂ ਕੱਪੜੇ ਦੀ ਦੁਕਾਨ ਨਿੱਕੀ ਘੁੰਮਣੀ ਪਾਈ ਸੀ। ਮਹਾਂਪੁਰਸ਼ਾਂ ਨੇ ਆ ਕੇ ਉਹਨਾਂ ਨੂੰ ਬਚਨ ਕੀਤਾ ਕਿ ਛੱਡ ਦਿਓ, ਬਥੇਰਾ ਕਰ ਲਿਆ ਵਾ, ਹੁਣ ਜਿਹੜੇ ਕੰਮ ਵਾਸਤੇ ਹੁਣ ਆਏ ਆ ਉਹ ਕੰਮ ਕਰੋ। ਉਸੇ ਵਕਤ ਹੀ ਉਹਨਾਂ ਨੇ ਜਿਹੜਾ ਕੱਪੜਾ ਸੀ ਕਿਸੇ ਨੂੰ ਕੋਈ ਹਿਸਾਬ ਕਿਤਾਬ ਦੇ ਨਾਲ ਨਹੀਂ ਦਿੱਤਾ, ਫੱਟੀ ਲੁਟਾ ਦਿੱਤੇ। ਉਹ ਸੇਵਕ ਜਿਹੜੇ ਸੀ ਮਹਾਂਪੁਰਸ਼ਾਂ ਦੇ ਬਣ ਗਏ। ਅਨੇਕ ਹੀ ਬਚਨ ਮਹਾਂਪੁਰਸ਼ ਕਰਦੇ ਹੁੰਦੇ ਸੀ। ਦਾਸ ਨੂੰ ਤੇ ਜਦੋਂ ਉਹਨਾਂ ਦੇ ਪਹਿਲੀ ਵਾਰ ਦਰਸ਼ਨ ਹੋਏ, ਜਦੋਂ ਉਹਨਾਂ ਨੇ ਨਿਗਾਹ ਮੇਰੇ ਵੱਲ ਪਾਈ, ਮੇਰੇ ਤੋਂ ਉਹਨਾਂ ਵੱਲ ਦੇਖਿਆ ਨਹੀਂ ਗਿਆ। ਮੇਰੇ ਨਾਲ ਤਾਂ ਇਸ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਕਿ ਕਹਿੰਦੇ ਆ ਕਿ ਜੋਗੀ ਨੀਂਦ ਵਜਾ ਕੇ ਸੱਪ ਨੂੰ ਕੀਲ ਲੈਂਦਾ, ਇਹੋ ਜਿਹਾ ਹਿਸਾਬ ਕਿਤਾਬ ਉਹਨਾਂ ਕੀਤਾ। ਅਨੇਕਾਂ ਜੀਵਨ ਆ, ਘਰ ਵਾਲਿਆਂ ਨੇ ਵੀ ਰੋਕਿਆ ਕਿ ਨਹੀਂ ਉਹਨਾਂ ਕੋਲ ਜਾਣਾ। ਫਿਰ ਉਹਨਾਂ ਅੱਗੇ ਮਿਹਨਤ ਕਰਨੀ, ਉਹਨਾਂ ਕਹਿਣਾ ਕੋਈ ਗੱਲ ਨਹੀਂ, ਵਿਸ਼ਵਾਸ ਤੋੜਦੇ ਆ, ਹੋਰ ਨਹੀਂ ਕੋਈ ਗੱਲ, ਵਿਸ਼ਵਾਸ ਤੋੜਦੇ ਆ। ਤੇ ਦਾਸ ਨੇ ਉਹਨਾਂ ਅੱਗੇ ਮਿਹਨਤ ਕੀਤੀ, ਹੱਥ ਜੋੜ ਕੇ ਇਹ ਕਿਰਪਾ ਰੱਖਿਓ, ਇਹ ਵਿਸ਼ਵਾਸ ਨੂੰ ਨਾ ਤੋੜਿਓ, ਹੁਣ ਇਸੇ ਤਰ੍ਹਾਂ ਬਣਾਈ ਰੱਖਿਓ। ਅਨੇਕਾਂ ਹੀ ਉਹਨਾਂ ਦੇ ਬਚਨ ਆ, ਬਹੁਤ ਸਮਾਂ ਚਾਹੀਦਾ ਵਾ ਉਹਨਾਂ ਦੇ ਬਚਨ ਕਰਨ ਵਾਸਤੇ। ਇੰਨੀਆਂ ਹੀ ਬੇਨਤੀਆਂ ਕਰਦਾ ਹਾਂ ਦਾਸ, ਖਿਮਾ ਦਾ ਜਾਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਜਿਹੜੀ ਖੁਸ਼ਬੂ ਜਿਹੜੀ ਫੈਲ ਰਹੀ ਹੈਗੀ, ਆਪਾਂ ਦੇਖ ਰਹੇ ਹਾਂ ਕਿ ਸਾਰੇ ਲੋਕ ਜਿਹੜੇ ਨੇ ਜਿਸ ਤਰੀਕੇ ਨਾਲ ਬਾਬਾ ਜੀ ਨੇ ਕਿਹਾ ਵੀ ਕੀਲ ਲਿਆ, ਇੱਕ ਮਤਲਬ ਐਡੀ ਉਹਨਾਂ ਦੇ ਵਿੱਚ ਪਾਵਰ ਸੀ ਜਿਹਦੇ ਵੱਲੋਂ ਆਪਣੀ ਬਿਰਤੀ ਲਾ ਦਿੰਦੇ ਸੀਗੇ, ਉਹਨੂੰ ਆਪਣੇ ਬਣਾ ਲੈਂਦੇ ਸੀਗੇ। ਔਰ ਇਹ ਸਾਰੀ ਸੰਗਤ ਉਹਨਾਂ ਦੀ ਆਪਣੀ ਸੰਗਤ ਹੈ। ਕੀ ਕਹਿਣਾ ਚਾਹੋਗੇ? ਇਹ ਕਹਿਣਾ ਚਾਹੂੰਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਜੋ ਤਪੱਸਿਆ ਉਹਨਾਂ ਕੀਤੀ ਹੈ, ਮੋਹ ਮਾਇਆ ਹਰ ਚੀਜ਼ ਨੂੰ ਛੱਡ ਕੇ ਇੱਕ ਰੱਬ ਦੇ ਵੱਲ ਧਿਆਨ ਦੇਣਾ, ਉਹ ਇੱਕ ਸਭ ਤੋਂ ਵੱਡੀ ਚੀਜ਼ ਸੀ, ਜਿਨ੍ਹਾਂ ਕਰਕੇ ਸਾਰੀ ਸੰਗਤ ਨੂੰ ਉਹਨਾਂ ਨੇ ਪਿਆਰ ਦਿੱਤਾ ਤੇ ਸੰਗਤ ਦਾ ਪਿਆਰ ਲੈ ਰਹੇ ਨੇ। ਤੇ ਜਿਸ ਕਰਕੇ ਇਹ ਜਿਹੜੀਆਂ ਅੱਜ ਕੁਰਬਾਨੀਆਂ ਉਹਨਾਂ ਦੀਆਂ ਨੇ ਵੱਧ ਫਲ ਰਹੀਆਂ ਨੇ ਉਹਨਾਂ ਦੇ ਕੀਤੇ ਹੋਏ ਵਚਨਾਂ ਦੇ ਮੁਤਾਬਕ। ਵਾਹਿਗੁਰੂ ਜੀ ਕਾ ਖਾਲਸਾ। ਸਰ ਜਿੱਦਾਂ ਵੈਸ਼ਨੂੰ ਹਰ ਇੱਕ ਜਿਹੜੇ ਉਹਨਾਂ ਨੇ ਬਾਬਾ ਜੀ ਨੇ ਜਦੋਂ ਦੱਸਿਆ ਕਿ ਵੈਸ਼ਨੂੰ ਖਾਣੇ ਨੂੰ ਉਹਨਾਂ ਨੂੰ ਅਸੀਂ ਪਵਿੱਤਰ ਖਾਣਾ, ਸ਼ੁੱਧ ਖਾਣਾ ਖਾਓ, ਕਿਉਂਕਿ ਜੈਸਾ ਅੰਨ ਵੈਸਾ ਮਨ। ਔਰ ਉਸ ਚੀਜ਼ ਨੂੰ ਉਹਨਾਂ ਨੇ ਬੜਾ ਧਿਆਨ ਦੇ ਨਾਲ ਆਪਣੀ ਸੰਗਤ ਨੂੰ ਸਾਰੀ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਵੀ ਤੁਸੀਂ ਜਿਹੜੇ ਮਾਸ ਮਟਲੇ ਸਿੱਖ ਹੈਗੇ ਆ, ਜਿਹੜੇ ਸ਼ਰਾਬਾਂ ਹੈਗੀਆਂ ਤੋਂ ਬਚਣਾ ਔਰ ਇੱਕ ਅੱਛੇ ਇਨਸਾਨ ਬਣ ਕੇ ਬਿਲਕੁਲ ਵੈਜੀਟੇਰੀਅਨ ਖਾਣਾ ਖਾਣਾ। ਭੋਜਨ ਵੈਜੀਟੇਰੀਅਨ ਖਾਣਾ ਜਿਹੜਾ ਉਹ ਸਭ ਤੋਂ ਉੱਤਮ ਖਾਣਾ ਹੈਗਾ। ਮੈਂ ਆਪਣੀ ਗੱਲ ਕਰਦਾ, ਮੈਂ ਵੀ ਮੀਟ, ਮੱਛੀ, ਆਂਡਾ, ਸ਼ਰਾਬ ਬਿਲਕੁਲ ਨਹੀਂ ਲੈਂਦਾ, ਸ਼ੁਰੂ ਤੋਂ ਨਹੀਂ ਲੈ ਰਿਹਾ। ਇਹ ਨਹੀਂ ਕਿ ਵੀ ਮੈਂ ਕਿਸੇ ਚੀਜ਼ ਦਾ ਵਜ੍ਹਾ ਵੀ ਨਹੀਂ, ਸਿਰਫ ਇਹ ਆ ਵੀ ਉਹ ਇੱਕ ਰੱਬ ਨਾਲ ਬ੍ਰਿਤੀ ਰੱਖ ਕੇ ਤੇ ਇਹ ਜਿਹੜੀ ਚੀਜ਼ ਆ ਇਹ ਪਾਈ ਜਾਂਦੀ ਹੈ। ਤੇ ਮਨ ਨੂੰ ਸੱਚੇ ਮਨ ਨਾਲ ਤਿਆਗਿਆ ਜਾਏ ਤੇ ਤਾਂ ਹੀ ਤਿਆਗਿਆ ਜਾਂਦਾ। ਇਹ ਸ਼ਬਦਾਂ ਦੇ ਨਾਲ ਕਹਿਣ ਨਾਲ ਨਹੀਂ ਤੇ ਜੀ ਹਾਂਜੀ ਤਿਆਗ ਦੇਣਾ। ਤੇ ਬਾਕੀ ਅਸੀਂ ਬਾਬਾ ਭਗਤ ਸਿੰਘ ਦੇ ਨਾਲ ਸਨ 1994 ਦੇ ਜੁੜਿਆ। ਨਹੀਂ 1994 'ਚ ਜੁੜਿਆ ਮੈਂ। ਉਸ ਤੋਂ ਪਹਿਲਾਂ ਮੈਂ ਦਰਬਾਰ ਸਾਹਿਬ ਜਾਂਦਾ ਹੁੰਦਾ ਹਾਂ ਮਹੀਨੇ ਬਾਅਦ। ਇੱਕ ਤਾਂ ਮੈਨੂੰ ਰੂਹਾਨੀ ਸੁਪਨਾ ਆਇਆ ਵੀ ਇੱਕ ਸਾਧ ਆ, ਸਿਰੋਂ ਘੋਨਾ, ਸਰੀਰ ਦਾ ਭਾਰਾ, ਚਿਹਰੇ 'ਤੇ ਜਲਾਲ ਆ, ਤੇ ਉਹਦੇ ਨਾਲ ਮੇਰੇ ਨਾਲ ਬ੍ਰਹਮ ਦੇ ਕੋਈ ਬਚਨ ਬਲਾਸ ਹੋਣ ਡਿਆ। ਮੈਂ ਜਿੰਨੇ ਬਚਨ ਬਲਾਸ ਉਹਦੇ ਨਾਲ ਹੋਏ ਬ੍ਰਹਮ ਗਿਆਨੀ ਬਾਰੇ
ਤੇ ਬਾਣੀ ਬਾਰੇ ਜਦੋਂ ਮੇਰੀ ਜਾਗ ਖੁੱਲੀ ਤੇ ਮੈਂ ਆਪਣੇ ਸਾਹਮਣੇ ਕਮਰੇ ਦੇ ਆਪਣੇ ਪੈਰਾਂ ਵੱਲ ਘੜੀ ਲਾਈ ਹੁੰਦੀ, ਘੜੀ ਦੇ ਉੱਤੇ ਮੈਂ ਵੇਖਿਆ ਵੀ 1:30 ਵਜੇ ਦਾ ਟਾਈਮ ਹੋਇਆ। ਮੈਂ ਵੇਖ ਕੇ ਹੈਰਾਨ ਹੋਇਆ ਵੀ ਇਹ ਤੋਂ ਪਹਿਲਾਂ ਮੈਂ ਸੰਤ ਜਰਨੈਲ ਸਿੰਘ ਦੀ ਜਾ ਕੇ ਹਰਿਮੰਦਰ ਸਾਹਿਬ ਦੇ ਵਿੱਚ ਕਦੀ ਸੰਗਤ ਕਰਦਾ ਹੁੰਦਾ। ਉਹਨਾਂ ਦੱਸਣਾ ਵੀ ਬ੍ਰਹਮ ਗਿਆਨੀ ਜਿਹੜਾ ਅੰਮ੍ਰਿਤਧਾਰੀ ਹੁੰਦਾ, ਪੰਜਾਂ ਬਾਣੀਆਂ ਦਾ ਹੁੰਦਾ। ਮੈਂ ਇਸੇ ਕਿੰਤੂ ਪਰੰਤੂ ਦੇ ਵਿੱਚ ਨਾ 4-5 ਦਿਨ ਸੋਚਦਾ ਰਿਹਾ ਵੀ ਇਹ ਖੇਡ ਕੀ ਆ। ਇਸ ਆਦਮੀ ਨੂੰ ਮੈਂ ਕਦੀ ਮਿਲਿਆ ਤੇ ਕਰਨੇ, ਪਰ ਇਹਦੇ ਨਾਲ ਮੇਰੇ ਬਚਨ ਬਲਾਸ ਜਿਹੜੇ ਅਚਰਜ ਹੋਏ। 5-6 ਦਿਨ ਮੇਰੇ ਸੋਚਦਿਆਂ ਲੰਘ ਗਏ। ਉਦੋਂ ਬਾਅਦ ਸਾਡਾ ਸੁਸਾਇਟੀ ਦਾ ਕੰਮ ਹੀ ਗੋਦਰਪੁਰੇ ਦੇ ਵਿੱਚ, ਉੱਥੇ ਮਤਲਬ ਖਾਦ ਦਾ ਲੈਣ ਦੇਣ ਸੀ। ਉੱਥੇ ਖਾਦ ਦਾ ਲੈਣ ਦੇਣ ਲੈ ਕੇ ਮੈਂ ਕਦੀ ਘੁੰਮਣੀ, ਮਤਲਬ ਉਹਨਾਂ ਦਿਨਾਂ ਦੇ ਵਿੱਚ 86 ਤੋਂ ਬਾਅਦ ਇੱਕੋ ਵਾਰੀ ਗਿਆ 86 'ਚ। ਉਦੋਂ ਬਾਅਦ ਮੈਂ ਘੁੰਮਣੀ ਨਹੀਂ ਕਦੀ ਗਿਆ। ਮੈਂ ਮੋਟਰਸਾਈਕਲ ਉਹਨਾਂ ਦਿਨਾਂ 'ਚ ਮੇਰੇ ਕੋਲ ਯਾਮਾ ਮੋਟਰਸਾਈਕਲ ਹੁੰਦਾ ਸੀ, ਮੈਂ ਘੁੰਮਣਾ ਨੂੰ ਪਾ ਲਿਆ। ਕੁਦਰਤ ਵੱਲੋਂ ਉਸ ਦਿਨ ਘੁੰਮਣਾ ਦੇ ਵਿੱਚ ਮਤਲਬ ਮੱਸਿਆ ਦਾ ਦਿਨ ਸੀ। ਮੈਂ ਉੱਥੇ ਮੱਥਾ ਟੇਕ ਕੇ 5 ਇਸ਼ਨਾਨਾਂ ਕਰਕੇ ਜਦੋਂ ਸੂਏ ਮੋਟਰਸਾਈਕਲ ਕੱਢਿਆ ਤੇ ਇੱਕ ਬੰਬੀ ਆ ਰਸਤੇ ਦੇ ਵਿੱਚ, ਉੱਥੇ ਮੇਰਾ ਧਿਆਨ ਪਿਆ ਕਿ ਇੱਕ ਸਾਧੂ ਬੈਠਾ ਪਿਆਰਾ ਸਿੰਘ। ਪਤਾ ਨਹੀਂ ਉਹ ਮਤਲਬ ਮੋਟਰ, ਉਸ ਸਮੇਂ ਮੈਨੂੰ ਨਹੀਂ ਪਤਾ ਵੀ ਮੋਟਰ ਕਿਸ ਦੀ ਹੈ। ਜਦੋਂ ਮੈਂ ਮੋਟਰ ਦੇ ਸਾਹਮਣੇ ਵੇਖਿਆ, ਉਹੋ ਹੀ ਸਾਧ ਜਿਹਦੇ ਮੈਨੂੰ 6-7 ਦਿਨ ਪਹਿਲਾਂ ਸੁਪਨੇ 'ਚ ਦਰਸ਼ਨ ਹੋਏ, ਉਹਦੇ ਲਾਗੇ ਜਿਹੜਾ ਆਦਮੀ ਬੈਠਾ ਸੀ ਉਹੋ ਹੀ ਜਿਹੜਾ ਸੁਪਨੇ 'ਚ ਸਾਡੀ ਗੱਲਬਾਤ ਕਰਾਉਣ ਡਿਆ। ਮੈਂ ਸ਼ਾਮਾਂ ਨੂੰ ਘਰ ਆ ਗਿਆ। ਘਰ ਜਾ ਕੇ ਸ਼ਾਮਾਂ ਨੂੰ ਮੈਂ ਤਿਆਰ ਹੋ ਕੇ ਨਹਾ ਧੋ ਕੇ ਉਹ ਆਦਮੀ ਨੂੰ ਮੈਂ ਜਾ ਕੇ ਮਿਲਿਆ ਵੀ ਜਿਹੜੇ ਸਾਧ ਕੋਲ ਤੂੰ ਬੈਠਾ ਉਹ ਸਾਧ ਕੌਣ? ਉਹਨੇ, ਮੈਂ ਜਦੋਂ ਉਹਦੇ ਨਾਲ ਗੱਲ ਕੀਤੀ, ਉਹਨੇ ਮੇਰੇ ਨਾਲ ਸੁਪਨਿਆਂ ਨਾਲ ਉਹ ਗੱਲਾਂ ਕੀਤੀਆਂ ਵੀ ਰਾਜ ਸਿੰਘ ਉਹ ਤੇ ਇੱਕ ਬ੍ਰਹਮ ਗਿਆਨੀ ਹਜ਼ਾਰਾ ਸਿੰਘ ਦਾ ਰੂਪ ਵੀ, ਜੇ ਕਿਤੇ ਉਹਦੇ ਦਰਸ਼ਨ ਕਰੇ ਤੇ ਤੈਨੂੰ ਹੋਰ ਹੀ ਮੌਜ ਲੱਗ ਜਾਏਗੀ। 3-4 ਦਿਨ ਬਾਅਦ ਐਤਵਾਰ ਦਾ ਦਿਨ ਸੀ, ਮੈਂ ਨਹਾ ਧੋ ਕੇ ਪਰਨਾ, ਪੱਗ ਟਾਈਪ ਪਰਨਾ ਬੰਨ੍ਹ ਕੇ ਘੁੰਮਣੀ ਚਲਾ ਗਿਆ ਸਾਈਕਲ ਦੇ ਉੱਤੇ। ਜਿਸ ਮੋਟਰ ਦੇ ਉੱਤੇ ਬੈਠੇ ਹਨ, ਉਹ ਮੋਟਰ ਦੇ ਬਾਅਦ ਇੱਕ ਸੰਗਤ ਦਾ ਜੀਵ ਬੈਠਾ। ਉਹਨੂੰ ਮੈਂ ਪੁੱਛਿਆ ਵੀ ਇਹ ਜਿਹੜੇ ਅੰਦਰ ਸਾਧ ਨੇ ਇਹ ਮੱਥਾ ਟਿਕਾ ਲੈਂਦੇ ਨੇ? ਉਹਨੇ ਮੈਨੂੰ ਕਿਹਾ ਵੀ ਜੇ ਤੇਰੀ ਸ਼ਰਧਾ ਤੇ ਤੇਰਾ ਟਿਕਾਉਣਗੇ, ਜੇ ਨਹੀਂ ਸ਼ਰਧਾ ਤੇ ਤੇਰਾ ਰੁਪਈਆ ਨਹੀਂ ਚੁੱਕਣਗੇ। ਮੈਂ 5 ਦਾ ਨੋਟ ਕੱਢਿਆ। ਜਦੋਂ ਮੈਂ ਕਮਰਾ ਐਂਟਰ ਕੀਤਾ, ਇਹੋ ਹੀ ਸਾਧ ਜਿਹੜਾ ਮੈਨੂੰ ਸੁਪਨੇ 'ਚ ਬਾਬਾ ਭਗਤ ਸਿੰਘ ਮੈਨੇ ਮੇਰੇ ਵਾਲੇ ਇਸ ਤਰ੍ਹਾਂ ਵੇਖ ਕੇ ਮੁਸਕਰਾਇਆ ਤੇ ਮਤਲਬ ਆਪਣੇ ਚਿਹਰੇ ਤੇ ਜਲਾਲ ਮੈਨੂੰ ਸ਼ੋ ਉਹੋ ਹੀ ਕੀਤਾ ਜਿਹੜਾ ਸੁਪਨੇ ਦੇ ਵਿੱਚ। ਜਦੋਂ ਮੈਂ ਅੰਦਰ ਦਾਖਲ ਹੋਇਆ, 5 ਦਾ ਨੋਟ ਧਰ ਕੇ ਮੈਂ ਵਾਹਿਗੁਰੂ ਜੀ ਕਾ ਖਾਲਸਾ ਅੰਮ੍ਰਿਤ ਛਕਿਆ ਸੀ ਉਹਨਾਂ ਦਿਨਾਂ 'ਚ, ਤੇ ਮੈਂ ਫਤਿਹ ਬੁਲਾਈ। ਮੈਂ ਪਿਛਾਂਹ ਬਹਿਣ ਲੱਗਾ, ਇਸੇ ਬਾਬੇ ਭਗਤ ਸਿੰਘ ਨੇ ਮੇਰਾ ਸੱਜਾ ਹੱਥ ਫੜ ਲਿਆ। ਫੜ ਕੇ ਮੈਨੂੰ ਕਹਿੰਦੇ ਨੇ ਸਾਡੇ ਕੋਲ ਬਹਿ। ਸੰਗਤ ਬੈਠੀ, ਮੈਂ ਸੰਗਤ ਬੜੀ ਹੈਰਾਨ ਕਿ ਇਹ ਨਵਾਂ ਅੱਜ ਮੁੰਡਾ ਆਇਆ। ਉਸ ਦਿਨ ਮੇਰੀ ਉਮਰ 33 ਸਾਲ ਸੀ। ਵੀ ਕਿਹੜਾ ਆਦਮੀ ਮੁੰਡਾ ਆਇਆ ਜਿਹਨੂੰ ਇੰਨਾ ਮਤਲਬ ਬਾਹੋਂ ਫੜ ਕੇ ਖਿੱਚਣ ਦੇ। ਪਹਿਲਾ ਵਚਨ ਕੀਤਾ ਮੈਂ ਨਾ ਕੀਤੀ, ਦੂਜਾ ਵਚਨ ਕੀਤਾ ਨਾ ਕੀਤੀ। ਜਦੋਂ ਤੀਜਾ ਵਚਨ ਕੀਤਾ ਤੇ ਮੈਂ ਕਿਸੇ ਸੰਤ ਮਹਾਤਮਾ ਕੋਲ ਸੁਣਿਆ ਸੀ ਵੀ ਸਾਧੂ ਦੇ 3 ਵਚਨ ਹੁੰਦੇ ਨੇ। ਮੈਂ ਤੀਜੇ ਵਚਨ ਦੇ ਨਾਲ ਉਹਨਾਂ ਦੇ ਉੱਤੇ ਬਹਿ ਗਿਆ, ਉਹਨਾਂ ਦੇ ਬਰਾਬਰ ਬਹਿ ਗਿਆ। ਉਹਨਾਂ ਮੈਨੂੰ ਆਪਣੇ ਸੱਜੇ ਪਾਸੇ ਭਾਲ ਲਿਆ। ਜਦੋਂ ਮੈਂ ਸੱਜੇ ਪਾਸੇ ਬਹਿਣ ਲੱਗਾ, ਸੰਗਤ ਬੈਠੀ, ਕਿਸੇ ਨੂੰ ਕੁਛ ਨਹੀਂ ਪਤਾ। ਉਹਨਾਂ ਨੇ ਮੈਨੂੰ ਇਸ਼ਾਰਾ ਕੀਤਾ ਹੱਥ ਨਾਲ ਵੀ ਆਪਣਾ ਖੱਬਾ ਪੱਟ ਮੇਰੇ ਪੱਟ ਦੇ ਥੱਲੇ ਕਰ ਦੇ। ਮੈਂ ਜਦੋਂ ਖੱਬਾ ਪੱਟ ਥੱਲੇ ਕੀਤਾ, ਉਹਨਾਂ ਨੇ ਸੱਜੇ ਪੱਟ ਨਾਲ ਮੇਰਾ ਖੱਬਾ ਪੱਟ ਘੁੱਟ ਦਿੱਤਾ। ਘੁੱਟ ਕੇ ਤੇ ਉਹ ਵਜਨ ਕਰਨੇ ਸ਼ੁਰੂ ਕਰ ਦਿੱਤੇ ਜੋ ਰਾਤ ਦੇ 1:30 ਵਜੇ ਆਏ। ਜਿਉਂ-ਜਿਉਂ ਉਹ ਵਜਨ ਕਰਦੇ ਗਏ, ਮੇਰਾ ਅੰਦਰੋਂ ਕੰਬਣੀ ਛਿੜਦੀ ਗਈ ਵੀ ਇਹ ਕੋਈ ਖੇਡ ਹੀ ਕੋਈ ਹੋਰ ਆ। ਫਿਰ ਪਹਿਲਾਂ ਉਹਨਾਂ ਦੁਨਿਆਵੀ ਮੇਰੇ ਨਾਲ ਇਹ ਵਚਨ ਕੀਤਾ ਮੇਰੀ ਦਿੱਖ ਵੇਖ ਕੇ ਵੀ ਸਿੰਘਾ ਤੂੰ ਕੋਈ ਨੌਕਰੀ ਕਰਨਾ? ਮੈਂ ਆਖਿਆ ਜੀ ਨਹੀਂ, ਮੈਂ ਜ਼ਿਮੀਂਦਾਰਾਂ ਦਾ ਲੜਕਾ। ਕਹਿੰਦੇ ਅੱਛਾ। ਫਿਰ ਉਹਨਾਂ ਨੇ ਇੰਨੇ ਚਿਰ ਨੂੰ ਇੱਕ ਸੇਵਾਦਾਰ ਰੋਟੀਆਂ ਵਰਤਾਉਣ ਲੱਗ ਪਿਆ, ਫੁਲਕੇ ਜਿਨ੍ਹਾਂ ਨੂੰ ਕਹਿੰਦੇ ਨੇ, ਕੋਈ ਮੰਨੀਆਂ ਕਹਿੰਦਾ। ਜਦੋਂ ਪਹਿਲਾਂ ਬਾਬਾ ਜੀ ਨੂੰ ਦਿੱਤੀ, ਭਗਤ ਸਿੰਘ ਨੂੰ, ਜਦੋਂ ਮੈਨੂੰ ਦਿੱਤੀ ਮੈਂ ਨਾ ਕਰ ਦਿੱਤੀ। ਮੇਰਾ ਸ਼ੁਰੂ ਤੋਂ ਸੁਭਾਅ ਹੀ ਕਿ ਗੁਰਦੁਆਰੇ 'ਚ ਮੈਂ ਰੋਟੀ ਪਾਣੀ ਬਹੁਤ ਘੱਟ ਖਾਂਦਾ ਸਾਂ। ਉਹਦਾ ਕਾਰਨ ਇਹ, ਮੈਂ ਸੋਚਦਾ ਵੀ 10 ਕਿਲੋਮੀਟਰ ਮੈਂ ਚੱਲ ਕੇ ਆਇਆ, ਮੈਨੂੰ ਕਾਹਦੀ ਐਡੀ ਛੇਤੀ ਭੁੱਖ ਪੈ ਗਈ ਆ। ਤੇ ਜੇ ਐਮਰਜੈਂਸੀ ਜੇ ਮੈਂ ਖਾਣੀ ਤੇ ਮੈਂ ਵੇਖਣਾ ਜਿੰਨੀਆਂ ਫੁਲਕੇ ਖਾਧੇ ਨੇ ਉਨੇ ਪੈਸੇ ਮੈਂ ਆਪਣੇ ਹਿਸਾਬ ਕਿਤਾਬ ਨਾਲ ਮਤਲਬ ਗੋਲਕ ਦੇ ਵਿੱਚ ਪਾ ਦਿੰਦਾ।
ਜਦੋਂ ਮੈਂ ਰੋਟੀ ਵੱਲੋਂ ਨਾ ਕੀਤੀ, ਮੇਰੇ ਵਾਲੇ ਇਸ ਤਰ੍ਹਾਂ ਵੇਖ ਕੇ ਫਿਰ ਹੱਸੇ। ਜਦੋਂ ਹੱਸੇ ਮੈਂ ਵੇਖਦਾ ਰਿਹਾ ਉਹਨਾਂ ਦੇ ਕੌਤਕ, ਕਿਉਂਕਿ ਮੈਂ ਪੰਥ ਪ੍ਰਕਾਸ਼ ਕਿਤਾਬ ਗੁਰੂ ਬਿਲਾਸ ਪੜ੍ਹੀ ਸੀ। ਉਹਦੇ ਵਿੱਚ ਗਿਆਨੀ ਗਿਆਨ ਸਿੰਘ ਨੇ ਮਹਾਂਪੁਰਖਾਂ ਦੇ ਚੋਜ ਲਿਖੇ ਸੀ। ਉਹਨਾਂ ਕਰਕੇ ਮੈਂ ਜਦੋਂ ਵੇਖਿਆ ਵੀ ਮੇਰੇ ਵਾਲਾ ਸੰਡੇ ਨੇ, ਉਹਨਾਂ ਨੇ ਅੱਧਾ ਫੁਲਕਾ ਤੋੜਿਆ, ਮੇਰੇ ਅੱਗੇ ਕਰ ਦਿੱਤਾ। ਮੈਂ ਦੋਵੇਂ ਹੱਥ ਕਰਕੇ ਸਖਤ ਕਰ ਲਿਆ। ਉਹਨਾਂ ਦੇ ਅੱਗੇ ਦਹੀਂ ਸੀ, ਉਹਨਾਂ ਇੱਕ ਕੌਲੀ ਮੰਗਾਈ, ਅੱਧਾ ਦਹੀਂ ਮੈਨੂੰ ਪਾ ਦਿੱਤਾ, ਮੈਂ ਸਖਤ ਕਰ ਲਿਆ। ਤੀਜਾ ਉਹਨਾਂ ਨੇ ਗਲਾਸ 'ਚ ਲੱਸੀ ਸੀ, ਅੱਧੀ ਲੱਸੀ ਪਾ ਦਿੱਤੀ, ਮੈਂ ਸਖਤ ਕਰ ਲਿਆ। ਮੈਨੂੰ ਕਹਿੰਦੇ ਛਕ ਲਾ। ਮੈਂ ਉਹਨਾਂ ਚਿਰ ਨਹੀਂ ਛਕਿਆ ਜਿੰਨਾ ਚਿਰ ਉਹਨਾਂ ਨਹੀਂ ਛਕਿਆ। ਜਦੋਂ ਉਹ ਖਾਣਾ ਸ਼ੁਰੂ ਕੀਤਾ ਉਹਨਾਂ ਤਾਂ ਮੈਂ ਵੀ ਖਾਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਖਾ ਲਿਆ, ਮੈਂ ਭਾਂਡਾ ਲੱਗਾ ਮਾਂਜਣ, ਚੋਂ ਉੱਠ ਕੇ ਮੇਰੇ ਹੱਥੋਂ ਕੌਲੀ ਫੜ ਲਈ। ਮੈਨੂੰ ਕਹਿੰਦੇ ਤੇਰਾ ਕੰਮ ਨਹੀਂ, ਇਹ ਇੱਥੇ ਕਰਨ ਵਾਲੀਆਂ ਬੜੀਆਂ ਨੇ। ਇੰਨੀਆਂ ਗੱਲਾਂ ਕਰਕੇ ਉਹਨਾਂ ਨੇ ਉਹ ਜਿਹੜੇ ਰਾਤ ਦੇ 1:30 ਵਜੇ ਦੇ ਬਚਨ, ਕੁਝ ਮੈਂ ਦੱਸ ਸਕਦਾ ਸੰਗਤ, ਕੁਝ ਮੈਂ ਨਹੀਂ ਦੱਸ ਸਕਦਾ, ਕਿਉਂਕਿ ਕੋਈ ਮਜਬੂਰੀ ਹੁੰਦੀ ਆ ਆਪਣੀ ਆਦਮੀ ਦੀ। ਉਹ ਜੋ ਬਚਨ ਕਰਦੇ ਗਏ ਤੇ ਉਦੋਂ ਮੇਰਾ ਜਿਹੜਾ ਨਾ ਅੰਦਰੋਂ ਝੁੰਝਣੀ ਆਉਂਦੀ ਗਈ ਵੀ ਇਹ ਕੋਈ ਖੇਡ ਹੀ ਕੋਈ ਹਵੇਲੀ ਆ। 15-20 ਮਿੰਟ ਤੋਂ ਬਾਅਦ ਉਹਨਾਂ ਮੈਨੂੰ ਕੋਲ ਬਹਿਣ ਦਿੱਤਾ। ਮੁੜ ਕੇ ਮੈਨੂੰ ਕਹਿੰਦੇ ਵੀ ਸਿੰਘਾ ਪੈਰੇ ਲੱਗ। ਉਸ ਤੋਂ ਬਾਅਦ ਮੈਂ ਹੌਲੀ ਹੌਲੀ ਜੋ ਉਹਨਾਂ ਕੋਲ ਜਾਂਦਾ ਗਿਆ ਤੇ ਉਦੋਂ ਆਪਣਾ ਮੈਨੂੰ ਇਕੱਲੇ ਨੂੰ ਕਈ ਮਤਲਬ ਅਜੀਬ ਗੱਲਾਂ ਦੱਸਦੇ ਰਹੇ। ਇੰਨੀਆਂ ਕੁ ਗੱਲਾਂ ਜਿਹੜੀਆਂ ਮੈਂ ਸ਼ੇਅਰ ਕਰਨਾ ਸਾਧ ਸੰਗਤ ਅੱਗੇ। ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਭਗਤ ਸਿੰਘ ਹੁਣਾਂ ਦਾ ਬਰਸੀ ਸੀ, ਜੋ ਕਿ ਪਰਸੋਂ 25 ਤਰੀਕ ਤੋਂ ਇੱਥੇ ਅਖੰਡ ਪਾਠ ਰਿਹਾ ਸੀ ਉਹਨਾਂ ਦੀ ਬਰਸੀ ਮਨਾਉਣ ਲਈ। ਇਹਦੇ ਵਿੱਚ ਸੰਗਤ ਜੋ ਆਈ ਹੈ, ਬਹੁਤ ਸਾਰੇ ਐਸੇ ਆ ਜਿਹੜੇ ਕਿ ਬਹੁਤ ਉਹਨਾਂ ਦੇ ਕਰੀਬੀ ਵੀ ਰਹੇ, ਜਿਸ ਤਰ੍ਹਾਂ ਕਿ ਸਰ ਰਜਿੰਦਰ ਸਿੰਘ ਹੁਣਾਂ ਨੇ ਦੱਸਿਆ। ਹੋਰ ਬੜੇ ਹੈ, ਪਾਲਾ ਸਿੰਘ ਗੋੜੀ। ਠੀਕ ਹੈ, ਉਹਨਾਂ ਨੇ ਆਪਣਾ ਜ਼ਿੰਦਗੀ ਦਾ ਤਪ ਵਾਲੇ ਪਾਸੇ ਲਾਇਆ, ਘਰੋਂ ਬਾਹਰ ਨਿਕਲ ਕੇ ਲਾਇਆ, ਪਰ ਜਿੰਨਾ ਇਹਨਾਂ ਲੋਕਾਂ ਦੇ ਵਿੱਚ ਉਹ ਵਿਚਰੇ ਆ ਰਹੇ ਆ, ਇਹਨਾਂ ਨੂੰ ਜ਼ਿਆਦਾ ਕਿ ਕਿਸ ਢੰਗ ਨਾਲ ਉਹਨਾਂ ਨੇ ਆਪਣੀ ਖੁਦਾਈ ਰਾਹ 'ਤੇ ਰੱਬ ਦੇ ਰਾਹ ਚੱਲ ਕੇ ਕਿਸ ਤਰ੍ਹਾਂ ਜ਼ਿੰਦਗੀ ਆਪਣੀ ਬਤੀਤ ਕੀਤੀ ਹੈ, ਤੇ ਕਿਸ ਤਰ੍ਹਾਂ ਉਹਨਾਂ ਨੇ ਗੁੱਡ ਫੇਥ ਵਿੱਚ ਆਪਣੇ ਨਾਲ ਜੋੜਿਆ। ਯਾਨੀ ਘਰੋਂ ਜੋ ਚੱਲ ਕੇ ਇੱਥੇ ਅਸੀਂ ਸਾਰੇ ਆਏ ਹਾਂ, ਜੋ ਕਮਾਈ 'ਚ ਕਰਨੀ ਚਾਹੀਦੀ ਹੈ, ਉਹਦੇ ਪਾਸੇ ਆਤਮਿਕ ਰੂਪ 'ਚ ਰਹਿਣ ਦੇ ਬਾਰੇ ਉਹਨਾਂ ਨੇ ਦੱਸਿਆ। ਈਵਨ ਘਰ 'ਚ ਵੀ ਆਉਂਦੇ ਸੀ, ਤੇ ਜਦੋਂ ਮੇਰੀ ਕਿਤੇ ਜਾਗ ਖੁੱਲ੍ਹੀ ਤੇ ਅੱਧੀ ਰਾਤ ਉਹ ਪੈਰੇ ਲੱਗੇ ਹੁੰਦੇ ਸੀ। ਉਹ 6ਵੀਂ 'ਚ ਪੜ੍ਹਦੇ ਸੀ। ਇੱਕ ਵਾਰੀ ਐਕਸੀਡੈਂਟ ਹੋ ਗਿਆ, ਲਹੂ ਲਹਾਨ ਹੋਏ। ਡਾਕਟਰ ਰਘਬੀਰ ਕਾਂਗੜੇ ਤੋਂ ਉਹ ਸਾਰੇ ਭੱਜੇ ਭੁੱਜੇ ਆ ਗਏ। ਕਹਿੰਦੇ ਮੈਨੂੰ ਹੋਇਆ ਕੀ ਹੈ? ਕੁਝ ਨਹੀਂ ਹੋਇਆ, ਪਰ ਮੇਰਾ ਦਿਲ ਦੇਖੋ ਗੁਲਾਬ ਦਾ ਫੁੱਲ ਖਿੜਿਆ। ਯਾਨੀ ਹਮੇਸ਼ਾ ਵਿਸ਼ਵਾਸ ਆਤਮ ਰੂਪ ਰਹਿ ਕੇ ਮਾਲਕ ਦੇ ਸਿਰ ਦੇ ਉੱਤੇ ਚੱਲਦਾ ਸੀ ਬਚਪਨ। ਪਰ ਜੇ ਇਸ ਪਾਸੇ ਪਏ ਹੈ, 1978 'ਚ ਮੈਂ ਬਾਬਾ ਜੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਜਿਹੜੇ ਘੁੰਮਣਾ ਵਾਲੇ ਹੈ, ਉਹਨਾਂ ਕੋਲ ਮੈਂ ਲੈ ਕੇ ਗਿਆ ਸੀ। ਮੇਰਾ ਪਹਿਲਾਂ ਉਹਨਾਂ ਕੋਲ ਆਉਣ ਜਾਣ ਸੀ। ਉਸ ਤੋਂ ਬਾਅਦ ਮੇਰੇ ਵੇਦੇ ਉਹਨਾਂ ਨੇ ਚਲੋ ਬਾਂਹ ਫੜੀ, ਜਿਹਨੂੰ ਕੋਈ ਪੋਥੀ ਪੜ੍ਹਦੇ ਰਹੇ। ਇੱਕ ਵਾਰੀ ਘੁੰਮੜੀ ਛੇ ਸੀ, ਉੱਥੇ ਮੈਂ ਗਿਆ। ਮੈਨੂੰ ਕਹਿਣ ਲੱਗੇ ਸਿੰਘਾ ਭਗਤ ਸਿੰਘ ਪੋਥੀ ਬਹੁਤ ਪਿਆਰੀ ਪੜ੍ਹਦਾ, ਮੈਨੂੰ ਬਹੁਤ ਚੰਗੀ ਲੱਗੀ। ਸੋ ਮੇਰਾ ਮਤਲਬ ਰੱਜਦੇ ਗਏ ਗਾਂ, ਜਿੱਥੇ ਜਿੱਥੇ ਚੱਲੇ ਹੈ ਇਹ ਆਪਣਾ ਪ੍ਰਚਾਰ ਹੀ ਕਰਦੇ ਰਹੇ। ਕੋਈ ਇੱਕ ਜਗ੍ਹਾ ਨਹੀਂ ਬਣਾਈ, ਹੈਰਾਨ ਆ ਕੇ ਇੱਥੇ ਬਣਾਈ, ਜੋ ਵੀ ਉਸ ਲਈ ਕਹਿੰਦੇ ਰਹੇ। ਅਖੀਰ ਦੇ ਟਾਈਮ 'ਤੇ ਇਹਨਾਂ ਨੂੰ ਬਿੱਟੂ ਪਤਾ ਕਹਿੰਦਾ ਚਲੋ ਇਹ ਬਣਨੀ ਸ਼ੁਰੂ ਹੋ ਗਈ ਅਤੇ ਅਸੀਂ ਬਣਾਉਣ ਪਾਸੇ ਤੋਂ ਅਤੇ ਵਾਕਿਆ ਇੱਥੇ ਹੋਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਜਿਹੜੇ ਕੌਤਕ ਨੇ ਉਹਨਾਂ ਦੇ। ਕਾਫੀ ਕੁਛ ਮੇਰੇ ਤੋਂ ਜ਼ਿਆਦਾ ਹੋ ਰਹੀ ਹੈ। ਆਪਣੇ ਸਾਹਿਬ ਗੁਰਦੇਵ ਸਿੰਘ ਬਿੱਟੂ ਜਿਹੜੇ ਆ, ਇਹ ਸਾਰਾ ਇਹਨਾਂ ਦਾ ਇਸ ਵੇਲੇ ਚਲਾ ਰਹੇ ਨੇ। ਉਹਨਾਂ ਤੋਂ ਬਾਅਦ ਇਹ ਕੁਟੀਆ ਦੇ ਵਿੱਚ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਸਭ ਤੋਂ ਵੱਧ ਉਸ ਪਰਮਾਤਮਾ ਦਾ, ਬਾਬਾ ਜੀ ਦਾ, ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ। ਮੈਂ ਸਭ ਤੋਂ ਪਿੱਛੇ ਹਾਂ, ਸਾਰਿਆਂ ਨੂੰ ਘੱਟ ਸੰਗਤ ਕੀਤੀ, ਪਰ ਉਹਨਾਂ ਮੈਨੂੰ ਸਭ ਤੋਂ ਅੱਗੇ ਲਾ ਦਿੱਤਾ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮਤਲਬ ਮੇਰੇ 'ਤੇ ਕੋਈ ਕਿਰਪਾ ਹੀ ਕੀਤੀ ਉਹਨਾਂ ਨੇ, ਮੈਂ ਇੰਨੇ ਜੋਗਾ ਹੈ ਨਹੀਂ।
ਹੁਣ ਮੈਂ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ। ਕੀ ਕਹਿਣਾ ਚਾਹੋਗੇ ਜੀ, ਕਿੰਨੀ ਕੁ ਤੁਹਾਡੀ ਜ਼ਿੰਦਗੀ ਚੇਂਜ ਆ ਗਈ? ਪਹਿਲਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਕਿੱਦਾਂ ਦੇਖਦੇ ਸੀ ਔਰ ਉਸ ਤੋਂ ਬਾਅਦ ਵਿੱਚ ਕਿਵੇਂ ਬਰਕਤਾਂ ਪਈਆਂ, ਕਿਵੇਂ ਮਹਾਂਪੁਰਖਾਂ ਨੇ ਬੂਟੇ ਲਾਏ ਔਰ ਜਿਹੜੀ ਚੀਜ਼ ਹੋਈ ਉਹ ਸਾਰੀ ਮਤਲਬ ਪੋਜ਼ਿਟਿਵ ਹੁੰਦੀ ਗਈ? ਮੇਰੇ ਤੇ ਤਾਂ ਬਹੁਤ ਜ਼ਿਆਦਾ ਬੜੀ ਕਿਰਪਾ ਕੀਤੀ ਹੈ। ਮੈਂ ਬਹੁਤ ਗਰੀਬੀ ਹੰਢਾਈ ਹੈ, ਹੁਣ ਮਹਾਰਾਜ ਦੀ ਬੜੀ ਕਿਰਪਾ ਵਾ। ਮੇਰੇ ਬੱਚੇ ਵੀ ਬਾਹਰ ਸੈੱਟ ਨੇ, ਬੱਚੇ ਬਹੁਤ ਨੇਕ ਨੇ, ਬੇਟੀ ਮੇਰੀ ਕਾਫੀ ਐਜੂਕੇਟਡ ਹੈ ਤੇ ਬੇਟਾ ਬਾਹਰ ਆ ਤੇ ਉਹਨਾਂ ਦੀ ਕਿਰਪਾ ਨਾਲ ਮਤਲਬ ਇੰਨੇ ਯੁੱਗ ਹੈ ਨਹੀਂ ਕੀ ਸੀ। ਕਹਿਣਾ ਚਾਹੋਗੇ ਕਿ ਪਦਾਰਥਵਾਦ ਦੀ ਯੋਗਾ ਅੱਜ ਦੇ ਯੁੱਗ ਦੇ ਵਿੱਚ ਜਿਹੜੇ ਅੱਜ ਦੇ ਯੰਗ ਬਲੱਡਡ ਆ ਉਹਨਾਂ ਦਾ ਮਾਈਂਡ ਜਿਹੜਾ ਉਹਨਾਂ ਨੇ ਉਹ ਲੱਗਦਾ ਵੀ ਇਹ ਤਾਂ ਚੀਜ਼ਾਂ ਐਵੇਂ ਨਾਟਕ ਨੇ, ਇਹ ਤਾਂ ਚੀਜ਼ਾਂ ਖੇਲਾਂ ਨੇ, ਪਰ ਜਿਹੜੀ ਅਸਲੀ ਖੇਲਾਂ ਜਿਹੜੇ ਲੋਕ ਦੇਖਦੇ ਆ ਜਿਨ੍ਹਾਂ ਤੇ ਵਰਤਦੀਆਂ, ਕੀ ਕਹਿਣਾ ਚਾਹੋਗੇ ਕਿ ਅੱਜ ਵੀ ਉਹ ਪਰਮਾਤਮਾ ਹੈਗਾ? ਨਹੀਂ, ਉਹ ਤਾਂ ਹੈ ਜੀ, ਉਹ ਤਾਂ ਨਾਸਤਿਕ ਬੰਦਾ ਹੀ ਹੈ ਜਿਹੜਾ ਇਸ ਚੀਜ਼ ਨੂੰ ਨਹੀਂ ਮੰਨਦਾ। ਨਹੀਂ ਤੇ ਬਾਕੀ ਹਰ ਆਦਮੀ ਆ। ਤੁਸੀਂ ਇਹ ਬਾਬਾ ਹਜ਼ਾਰਾ ਸਿੰਘ ਦੇ ਜਾ ਕੇ ਦੇਖੋ, ਘੁੰਮਣੀ ਲੱਖਾਂ ਦੇ ਹਿਸਾਬ ਨਾਲ ਸੰਗਤ ਐਤਵਾਰ ਆਉਂਦੀ ਆ ਤੇ ਜ਼ਿਆਦਾ ਜੰਗ ਬਲੱਡ ਸਾਡਾ ਏਰੀਆ ਖਾਸ ਕਰਕੇ ਗੁਰਦਾਸਪੁਰ ਆ। ਸਾਡੇ ਲਾਗੇ ਜੀਵਨਵਾਲ ਬੱਬਰੀ ਪਿੰਡ ਆ ਜੀ, ਉੱਥੇ 90% ਲੋਕ ਨਸ਼ਾ ਕਰਦੇ। ਇਹ ਬਾਬਾ ਜੀ ਦੇ ਸੇਵਕ ਹੈ ਡਾਕਟਰ ਸ਼ਿਵ ਸਿੰਘ ਹੋਈ, ਉਹਨਾਂ ਦੀ ਕਿਰਪਾ ਨਾਲ ਅੱਜ ਕੋਈ ਬੱਚਾ ਇਹੋ ਜਿਹਾ ਹੈ ਨਹੀਂ ਹੈ ਉਸ ਪਿੰਡ ਦੇ ਵਿੱਚ ਜਿਹੜਾ ਕੋਈ ਨਸ਼ਾ ਕਰਦਾ ਹੈ। ਔਰ ਕੀ ਕਹਿਣਾ ਚਾਹੋਗੇ, ਜਿੱਦਾਂ ਅੱਜ ਹਜ਼ਾਰਾਂ ਸੰਗਤਾਂ ਆਈਆਂ, ਨਤਮਸਤਕ ਹੋਈਆਂ, ਸਾਲ ਬਾਅਦ ਇਹ ਪ੍ਰੋਗਰਾਮ ਹੁੰਦਾ ਬਾਬਾ ਜੀ ਦਾ, ਤੇ ਹੋਰ ਕਿਹੜੇ ਪ੍ਰੋਗਰਾਮ ਜਿਹੜੇ ਲਿਖੇ ਜਾਂਦੇ ਆ? ਫਿਲਹਾਲ ਤੇ ਇਹੀ ਹੈ ਜੀ, ਬਾਕੀ ਪ੍ਰੋਗਰਾਮਾਂ ਦੀ ਕੁਛ ਨਹੀਂ ਆ। ਬਾਕੀ ਜੋ ਵਾਧਾ ਵਾ ਉਹ ਅਸੀਂ ਜੋ ਦੁਨੀਆ ਆਉਂਦੀ ਹੈ ਇੱਥੇ ਮੱਥਾ ਮਤਲਬ ਗਰੀਬ ਬਾਬਾ ਜੋ ਵੀ ਆਉਂਦਾ ਉਹਨੂੰ ਦੇ ਦੀਦਾ ਵੀ ਸਭ ਕੁਝ, ਕਿਸੇ ਦਾ ਰੋਟੀ ਪਾਣੀ ਚੱਲਦਾ ਰਹੇ। ਪਰ ਬਾਬਾ ਜੀ ਨੇ ਵੀ ਹਮੇਸ਼ਾ ਇਹੀ ਆਪਣੇ ਆਪ ਨੂੰ ਮਾਇਆ ਤੋਂ ਦੂਰ ਰੱਖਿਆ ਔਰ ਹਮੇਸ਼ਾ ਉਹਨਾਂ ਨੇ ਜੋ ਮਤਲਬ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਜਿਹੜੀ ਉਹ ਸੰਗਤ ਆ ਉਹਨੂੰ ਜ਼ਿਆਦਾ ਪਿਆਰ ਕਰਦੇ ਨੇ। ਹਾਂਜੀ, ਉਹਨਾਂ ਨੇ ਕਦੀ ਕੁਝ ਵੇਖਿਆ ਨਹੀਂ। ਜੇ ਕੋਈ ਮਤਲਬ ਹਜ਼ਾਰਾਂ ਵੀ ਜਾਂ ਲੱਖਾਂ ਵੀ ਇਦਾਂ ਹੀ ਤੇ ਇਦਾਂ ਹੀ ਦੇ ਦਿੰਦੇ ਸੀ। ਜਿਹੜਾ ਕੋਈ ਮਾੜਾ ਸੀ ਉਹਨੂੰ ਆਂਦੇ ਆਲਾ ਆਪਣਾ ਲੂਣ ਤੇਲ ਲੈ, ਬਿਲਕੁਲ ਪੈਸੇ ਵਾਲ ਤਾਂ ਬਿਲਕੁਲ ਨਹੀਂ ਦੇਖਿਆ। ਪਰ ਇਹ ਪਰਿਵਾਰ ਜਿਹੜਾ ਬਚ ਕੇ ਤੇ ਅਗਲੇ ਡਿਪਟੀ ਸਾਹਿਬ ਦਾ ਪਰਿਵਾਰ ਵੀ ਜਿਹੜਾ ਜੁੜਿਆ ਉਹਦੇ ਬਾਰੇ ਕੀ ਕਹਿੰਦੇ ਹੋ? ਇਹ ਤੇ ਕਰਮਾਂ ਵਾਲੇ ਆ ਜੀ, ਇਹ ਮਾੜੇ ਮੋਟੇ ਪਰਿਵਾਰ 'ਚ ਮਹਾਂਪੁਰਸ਼ ਪੈਦਾ ਥੋੜਾ ਹੋ ਸਕਦੇ। ਸਰ ਅਸੀਂ ਇਹਨਾਂ ਨੂੰ ਬਿਮਾਰ ਹਾਲਾਤ 'ਚ ਦੇਖਿਆ ਸੀ, ਇਹਨਾਂ ਦੀ ਨਵੇਂ ਸਾਲ 'ਚ ਬਾਈਟ ਕਰਕੇ ਗਏ ਪਿਛਲੇ ਸਾਲ, ਤੇ ਹੁਣ ਇਹ ਅੱਜ ਭੱਜ ਕੇ ਕਾਰ ਦੇ ਮੂਹਰੇ ਭੱਜ ਕੇ, ਮਤਲਬ ਇਹ ਅਸੀਂ ਮੰਨੀਏ ਵੀ ਇਹ ਬਾਬਾ ਜੀ ਦੇ ਜਿਹੜਾ ਦਿਨ ਆ ਉਹਦੇ એનર્ਜੀ ਉਹ ਟੀਕੇ ਲਾਉਂਦੇ ਆ। ਇਹ ਤਾਂ ਕਰਮਾਂ ਵਾਲਾ ਪਰਿਵਾਰ ਹੈ ਜੀ, ਇਹਨਾਂ ਦਾ ਤੇ ਅਸੀਂ ਦੇਣ ਹੀ ਨਹੀਂ ਦੇ ਸਕਦੇ। ਇਹ ਪਰਿਵਾਰ ਪੂਜਨ ਦੇ ਹੋ ਦੇਣ ਹੀ ਨਹੀਂ ਦੇ ਸਕਦੇ। ਦੇਖੋ ਜੀ, ਜਿਸ ਪਰਿਵਾਰ 'ਚ ਮਹਾਂਪੁਰਖ ਪੈਦਾ ਹੁੰਦੇ ਨੇ ਉਹ ਸਭ ਤੋਂ ਉੱਚੀ ਮਤਲਬ ਕਰਮਾਲਾ ਹੁੰਦਾ। ਸਰ ਇਹ ਮਾੜੇ ਡਿਪਟੀ, ਕਿਉਂਕਿ ਹੁਣ ਡਿਪਟੀ ਹੋਣਾ ਦਾ ਅੱਜ ਦੇ ਯੁੱਗ ਦੇ ਵਿੱਚ ਕਿੰਨੇ ਵੱਡੇ ਗੈਸਟਡ ਆਫੀਸਰ ਹੋ ਕੇ ਉਹਦੇ ਬਾਵਜੂਦ ਵੀ ਇੰਨੇ ਸਿੰਪਲ ਔਰ ਇੰਨੇ ਨਰਮ ਔਰ ਹਰੇਕ ਦੇ ਨਾਲ ਇੰਨਾ ਪਿਆਰ। ਪਹਿਲੋਂ ਬਾਬਾ ਜੀ ਦੇ ਨਾਲ ਗਏ ਸੀ ਆਪਣਾ ਬਾਬੇ ਮਾਨ ਸਿੰਘ ਦੇ ਡੇਰੇ, ਤੇ ਮੈਂ ਡਰਾਈਵਰ ਹੈਗਾ, ਬੱਸ ਚਲਾਉਂਦਾ ਸੀ। ਬਾਬਾ ਜੀ ਜਦੋਂ ਜਾਂਦੇ ਸੀ ਮੈਨੂੰ ਨਾਲ ਲੈ ਕੇ ਜਾਂਦੇ। ਸਾਡੇ ਨਾਲ 5-7 ਸਰੀਰ ਹੈਗੇ, ਬੀਬੀ ਹੈਗੀ, ਪਾਲਾ ਹੈਗਾ ਵੀ ਬੈਠਾ ਇੱਥੇ ਸਾਡੇ ਨਾਲ, ਮੇਰੀ ਘਰ ਦੀ ਤਾਂ ਪੂਰੀ ਹੋ ਗਈ ਤੇ ਚਲੋ ਉਹ ਵੀ ਨਾਲ ਹੈਗੇ। ਤੇ ਉੱਥੇ ਜਗ੍ਹਾ ਨਹੀਂ ਹੈਗੀ, ਇੱਧਰ ਵੀ ਕੱਦੂ ਕੀਤਾ ਹੈ ਤੇ ਇੱਧਰ ਵੀ ਕੱਦੂ ਕੀਤਾ ਹੈ। ਇਸ ਟਾਈਮ ਜਿਸ ਤਰ੍ਹਾਂ ਆਪਾਂ ਕੱਦੂ ਕਰਦੇ ਹਾਂ, ਉੱਥੇ ਜੀਪ ਦੀ ਜਗ੍ਹਾ ਨਹੀਂ ਰੱਖਣ ਦੀ, ਤੇ ਉੱਥੇ ਬੱਸ ਕਹਿੰਦੇ ਚਲਾ ਕੇ ਲੈ ਉੱਥੇ ਡੇਰੇ ਜਾ। ਮੈਂ ਅੱਗੇ ਮੈਂ ਬ੍ਰੇਕ ਮਾਰਤੀ, ਮੈਂ ਮੇਰੇ ਕੋਲ ਨਹੀਂ ਚੱਲਦੀ। ਕਹਿੰਦੇ ਤੈਨੂੰ ਮੈਂ ਇਹੀ ਕਹਿ ਰਿਹਾ ਨਾ ਗੱਡੀ ਚਲਾ। ਮੈਂ ਬਾਬਾ ਜੀ ਗੱਡੀ ਅਗਰ ਡਿੱਗ ਪਈ ਤੇ ਕਰੇਨ ਆਣੀ ਤੇ ਉਹਨੇ ਵੀ ਨਹੀਂ ਗੱਡੀ ਜਾਣੀ ਉਹ ਕਰੇਨ ਚੋਂ। ਜ਼ਬਰਦਸਤੀ ਫਿਰ ਗੁੱਸੇ ਨਾਲ ਇੱਕਦਮ ਲਾਲ ਕਰ ਲਿਆ ਚਿਹਰਾ। ਕਹਿੰਦਾ ਤੈਨੂੰ ਮੈਂ ਕਹਿ ਰਿਹਾ ਨਾ ਗੱਡੀ ਚਲਾ। ਮੈਂ ਮਾਰਿਆ ਗੇਅਰ, ਗੱਡੀ ਆਪਣੇ ਆਪ ਹੀ ਸਲਿੱਪ ਮਾਰਦੀ ਹੋਈ ਜਿਸ ਤਰ੍ਹਾਂ ਪੁੱਟ ਕੇ ਤੇ ਗਾਂ ਨੂੰ ਉਧਰ ਡੇਰੇ ਨੂੰ ਨਿਕਲ ਗਈ। ਬਾਬੇ ਨੇ ਵੇਖਿਆ ਅੱਗੇ, ਬਾਬੇ ਮਾਨ ਸਿੰਘ ਨੇ, ਉਹ ਕਹਿੰਦੇ ਸੰਗਤਾਂ ਕਿੱਧਰ ਆ ਗਈਆਂ ਫੌਜਾਂ? ਬਾਬਾ ਜੀ ਕਹਿੰਦੇ ਇਸ ਤਰ੍ਹਾਂ ਹੀ ਘੁੰਮਦੇ ਫਿਰਦੇ ਆ ਗਏ ਆ, ਤੇ ਇਹ ਤੇ ਕੁੱਤਾ ਹੈਗਾ, ਆਪਣੇ ਨੂੰ ਕੁੱਤਾ ਕਹਿ ਦਿੰਦੇ ਹੁੰਦੇ ਸੀ, ਤੇ ਇਸ ਤਰ੍ਹਾਂ ਆ ਗਏ ਆ। ਤੇ ਮੈਂ ਉਹ ਕਹਿੰਦੇ ਗੱਡੀ ਕਿਸ ਤਰ੍ਹਾਂ ਆ ਗਈ ਹੈ? ਮੈਂ ਮੈਨੂੰ ਨਹੀਂ ਪਤਾ ਕਿਸ ਤਰ੍ਹਾਂ, ਲਿਆਉਣ ਵਾਲਾ ਹੈਗਾ ਬੈਠਾ, ਤੇ ਮੈਨੂੰ ਤਾਂ ਪਤਾ ਨਹੀਂ ਲੱਗਾ। ਮੈਂ ਤਾਂ ਗੇਅਰ ਮਾਰਿਆ, ਮੈਨੂੰ ਨਹੀਂ ਪਤਾ ਅੱਗੇ ਕਿਸ ਤਰ੍ਹਾਂ ਗੱਡੀ ਆਈ ਹੈ। ਬਾਕੀ ਠੀਕ ਹੈ, ਬਾਬੇ ਨੇ ਕੌਤਕ ਕੀਤੇ। ਸਾਰੇ ਸਿੰਘਾਂ ਨੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ, ਸੰਗਤ ਕੀਤੀ, ਉਹਨਾਂ ਨੇ ਉਹਦੇ ਬਾਰੇ ਜੋ ਉਹਨਾਂ ਬਜ਼ਰ ਕੀਤੇ, ਜਿਸ ਵੀ ਸੋਚ ਨਾਲ ਉਹਨਾਂ ਨੇ ਸਮਝਾਉਣਾ ਕੀਤਾ, ਸਾਰਿਆਂ ਨੇ ਦੱਸਿਆ। ਬਹੁਤ ਵਧੀਆ ਲੱਗਿਆ। ਇਸੇ ਤਰ੍ਹਾਂ ਦਾ ਇੱਕ ਸਵਾਲ ਵੇਖਿਆ ਸੀ ਮੈਂ ਕਿ ਸਹਿ ਸੁਭਾਅ ਜੇ ਕੋਈ ਨੂੰ ਰਸਤੇ ਵਿੱਚ ਮਿਲ ਗਿਆ ਤੇ ਜੇ ਕਿਸੇ ਕਾਰਜ ਵਾਸਤੇ ਜਾ ਰਿਹਾ ਤਾਂ ਉਹਨਾਂ ਨੇ ਬੜੇ ਕਹਿਣਾ ਪ੍ਰੇਮ ਨਾਲ, ਜੇ ਕਾਰਜ ਹੋ ਜਾਣਾ ਤਾਂ ਕਹਿਣਾ ਭਾਈ ਜਾਓ, ਜਾ ਕੇ ਸਮਝ ਨਾਲ ਕੰਮ ਕਰੋ। ਔਰ ਜੇ ਕਾਰਜ ਨਹੀਂ ਹੋਣਾ ਤਾਂ ਆਪਣੀ ਰਸਮਾਂ ਤੋਂ ਕੀ ਬੋਲਣਾ ਕਿ ਅੱਜ ਕਿੱਧਰ ਸੜਕਾਂ ਨਾਪਦੇ ਫਿਰਦੇ। ਜਦੋਂ ਸੜਕਾਂ ਨਾਪਣ ਦੀ ਗੱਲ ਆਉਣੀ ਉਹ ਕਾਰਜ ਨਹੀਂ ਹੋਣਾ। ਤੁਸੀਂ ਕਿਉਂ ਸੜਕਾਂ ਨਾਪਦੇ ਫਿਰਦੇ ਹੋ? ਤੇ ਜੇ ਕਿਸੇ ਦਾ ਕਾਰਜ ਹੋਣਾ ਉਹਨੂੰ ਕਹਿਣਾ ਜਾ ਭਾਈ ਸਮੇਂ ਨੂੰ ਜਾ ਕੇ ਆਪਣਾ ਕੰਮ ਕਰ ਰਿਹਾ। ਇਸ ਤਰ੍ਹਾਂ ਉਹਨਾਂ ਦੀ ਸੋਚ ਸੀ। ਗੁਪਤ ਤਰੀਕੇ ਨਾਲ ਅਗਲੇ ਨੂੰ ਸਮਝਾ ਦੇਣਾ, ਉਹਦੇ ਦਿਮਾਗ ਵਿੱਚ ਗੱਲ ਪਾ ਦੇਣੀ, ਅਗਲੇ ਨੇ ਸਮਝ ਜਾਣਾ ਕਿ ਵਾਕਿਆ ਮੇਰੇ ਘਰ ਵਿੱਚ
ਜਿਹੜਾ ਉਹਨਾਂ ਦੀ ਸੰਗਤ ਕਰਨ ਵਾਲਾ ਸੀ ਜਾਂ ਭਰੋਸਾ ਕਰਨ ਵਾਲਾ, ਉਹ ਇਸ ਗੱਲ ਨੂੰ ਸਮਝ ਜਾਂਦਾ ਸੀ। ਸਭ ਤੋਂ ਵੱਡੀ ਉਹਨਾਂ ਦੀ ਨਿਰਮਤਾ ਸੀ। ਤੇ ਨਿਰਮਤਾ ਦੇ ਨਾਲ ਹਰ ਪਰਿਵਾਰ ਦੇ ਵਿੱਚ ਜਾਣਾ, ਆਪਣਾ ਡੇਰਾ ਨਹੀਂ ਬਣਾਇਆ। ਕਿੰਨੇ ਦਿਨ ਕਈਆਂ ਪਰਿਵਾਰਾਂ ਦੇ ਵਿੱਚ ਰੁਕਣਾ, ਬੱਚਿਆਂ ਨਾਲ ਮੋਹ ਕਰਨਾ, ਜਿਸ ਪਰਿਵਾਰ ਦੇ ਵਿੱਚ ਰਹਿਣਾ ਉੱਥੇ ਹੱਥੀਂ ਕੋਈ ਨਾ ਕੋਈ ਕਾਰਜ, ਭਾਵੇਂ ਮੰਜੀ ਦੀ ਪੈਂਦ ਹੋਵੇ, ਭਾਵੇਂ ਕੋਈ ਹੋਰ ਕੰਮ ਹੋਵੇ। ਇੱਕ ਵਾਰ ਮੈਂ ਉਹਨਾਂ ਨੂੰ ਸਬਜ਼ੀ ਕੱਟਦਿਆਂ ਵੇਖਿਆ, ਕਿਤੇ ਬੈਠੇ ਕਿ ਸਬਜ਼ੀ ਕੱਟ ਰਹੇ ਸੀ। ਉਹਨਾਂ ਦਾ ਕੀ ਕਹਿਣਾ ਸੀ ਕਿ ਜਿਸ ਘਰ ਵਿੱਚ ਚਾਹ ਪਾਣੀ ਛਕਦੇ ਹਾਂ ਉੱਥੇ ਕੁਛ ਨਾ ਕੁਛ ਹੱਥਾਂ ਨਾਲ ਕਾਰ ਕਰਨੀ ਚਾਹੀਦੀ। ਉਹਨਾਂ ਦਾ ਸੁਭਾਅ, ਉਹਨਾਂ ਦੀ ਨਿਰਮਤਾ, ਜਿਤਨਾ ਪ੍ਰੇਮੀਆਂ ਨਾਲ ਵਰਤੇ, ਜਿਤਨਾ ਪਰਿਵਾਰਾਂ ਦੇ ਵਿੱਚ ਜਾ ਕੇ 10 ਦਿਨ 5 ਦਿਨ 4 ਦਿਨ ਰੁਕਦੇ ਰਹੇ। ਉਹਨਾਂ ਨੇ ਬੜੇ ਪਿਆਰ ਦੇ ਨਾਲ ਬੱਚਿਆਂ ਨਾਲ ਵੀ, ਸਿਆਣਿਆਂ ਨਾਲ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਵਿਚਰਨਾ। ਅਤੇ ਆਪ ਜਿਹੜਾ ਉਹਨਾਂ ਦਾ ਜੀਵਨ ਸੀ ਬਹੁਤ ਸੁੱਚਾ ਅਤੇ ਭਗਤੀ ਵਾਲਾ ਸੀ। ਕੋਈ ਦਿਖਲਾਵਾ ਨਹੀਂ ਸੀ ਕਿ ਕਿਸੇ ਨੂੰ ਦਿਖਲਾਵਾ ਕਰੀਏ ਕਿ ਅਸੀਂ ਸੰਤ ਹਾਂ, ਅਸੀਂ ਬਾਬੇ ਹਾਂ। ਇਹ ਉਹਨਾਂ ਵਿੱਚ ਕੋਈ ਸੋਚ ਨਹੀਂ ਸੀ। ਆਪਣੇ ਆਪ ਨੂੰ ਹਮੇਸ਼ਾ ਉਹਨਾਂ ਨੇ ਛੁਪਾਉਣ ਦੀ ਕੋਸ਼ਿਸ਼ ਕੀਤੀ ਅਤੇ ਬਹੁਤੇ ਸਵਾਲੀਆਂ ਕੋਲੋਂ ਬਚਣ ਦੀ ਵੀ ਕੋਸ਼ਿਸ਼ ਕੀਤੀ ਸੀ। ਅਤੇ ਆਪਣੇ ਪ੍ਰੇਮੀਆਂ ਦੇ ਨਾਲ ਬਹੁਤ ਖੁਸ਼ ਹੁੰਦੇ ਸਨ, ਜਿਹੜੇ ਦਿਲੋਂ ਪ੍ਰੇਮ ਕਰਦੇ ਸਨ ਉਹਨਾਂ ਨਾਲ ਬਹੁਤ ਖੁਸ਼ ਹੁੰਦੇ ਸਨ। ਅਤੇ ਉਹਨਾਂ ਦੇ ਬਾਰੇ ਜੋ ਇਹ ਸਮਾਗਮ ਹੁੰਦੇ ਨੇ, ਸਤਿਗੁਰੂ ਜੀ ਭਲਾ ਕਰੇ। ਇਸੇ ਤਰ੍ਹਾਂ ਜਿਹੜੇ ਉਹਨਾਂ ਦੇ ਪ੍ਰੇਮੀ ਨੇ, ਪ੍ਰੇਮ ਕਰਨ ਵਾਲੇ ਨੇ, ਵੱਧ ਚੜ੍ਹ ਕੇ ਹਰ ਸਾਲ ਉਹਨਾਂ ਦੀਆਂ ਯਾਦਾਂ, ਉਹਨਾਂ ਦੀ ਜੀਵਨੀ, ਉਹਨਾਂ ਦੇ ਜੋ ਲੀਲਾ ਕੀਤੀਆਂ ਉਹਨਾਂ ਨੇ, ਉਹਨਾਂ ਨੂੰ ਯਾਦ ਕਰਦੇ ਹੋਏ ਇਸ ਤਰ੍ਹਾਂ ਮਹਾਂਪੁਰਖਾਂ ਦੀਆਂ ਬਰਸੀਆਂ ਮਨਾਉਂਦੇ ਰਹਿਣ। ਅਤੇ ਸਤਿਗੁਰੂ ਭਲਾ ਕਰੇ ਸਾਰਿਆਂ ਉੱਤੇ। ਉਹਨਾਂ ਸੰਤਾਂ ਮਹਾਂਪੁਰਖਾਂ ਨੂੰ ਨਮਸਕਾਰ ਕਰਦੇ ਹਾਂ। ਉਹਨਾਂ ਦੀ ਸੰਗਤ ਪ੍ਰੇਮੀਆਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਜੀ ਕੀ ਫਤਿਹ। ਇਹ ਧੰਨ ਧੰਨ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਾਲੇ ਦੇ ਨਾਲ, ਬਾਬਾ ਭਗਤ ਸਿੰਘ ਭੁੱਲੀ ਦੇ ਨਾਲ, ਬਾਬਾ ਮੋਨੀ ਜੀ ਹੈਗੇ ਜੀ। ਬਾਬਾ ਮੋਨੀ ਜੀ ਆਪਣੇ ਬਚਨ ਸੁਣਾਓ ਬਾਬਾ ਜੀ ਦੇ ਨਾਲ। ਬਾਬਾ ਜੀ ਦੇ ਸੱਚ ਬੋਲੋ, ਜਾਂ ਭਾਵੇਂ ਕਰੋ ਭਾਵੇਂ ਨਾ ਕਰੋ, ਝੂਠ ਦੇ ਗੇ ਭਰ ਗਏ। ਸੱਚ ਬੋਲੋ ਭਾਵੇਂ ਕਰੋ। ਵਾਹਿਗੁਰੂ ਵਾਹਿਗੁਰੂ। ਹੋਰ ਕੀ ਬਾਬਾ ਜੀ ਦੱਸੋ, ਉਹਨਾਂ ਦੇ ਬਚਨ ਦੱਸੋ। ਕਰੀ ਬੋਲੇ ਤਾਂ ਮਨੀ ਕਰੇ ਨਾ ਵਾਹਿਗੁਰੂ ਮਨ ਕਰੀ ਵੇ ਹੋ ਗਿਆ ਬੰਦਾ ਰੱਬ ਘੜੀ ਬੋਲੇ ਤਾਂ ਮਨੀ ਕਰੇ ਨਾ ਵਾਹਿਗੁਰੂ ਤਾਂ ਮਨੀ ਕੋ ਜਾਣੇ ਨਾ। ਇਹ ਕੁੱਤੀ ਲਗਾਈ ਹੋਈ ਆਪਣੇ ਪੁੱਤਰਾਂ ਦੀ ਬਣੀ ਕਦੀ ਕਿਤੇ ਬਾਣੀ ਮਾਰ ਕੋ ਬਣੀ ਤੇ ਕੋਈ ਤਾਂ ਬਾਮਣੇ ਪੁੱਤਰਾਂ ਨੇ ਮਾਰਿਆ ਦੂਜੇ ਦੇ ਬਣ ਮਾਰਿਆ ਚਿਕਨ ਮਾਰ ਬੜੀ ਹੋ ਗਈ ਠਕੇ ਵਾਲੇ ਠਕੇ ਬੰਦ ਕਰ ਦਿੱਤੇ ਪਿਛੇ ਵਾਲੇ ਚਾਰ ਜੋ ਹੋ ਗਏ ਸਨ। ਉਹਨਾਂ ਸਾਡੀ ਕੋਈ ਕੁੜੀਆਂ ਮਿਲਣੀ ਕੀਤੀ ਜਾਂ ਪਹੁੰਚਾਉਂਦੇ ਹੁਣ ਸਰਦਾਰ ਬੜੀ ਉੜ ਗਿਆ ਇਹਦਾ ਬਾਬਾ ਜੀ ਮੁਰਾਦਾ ਦਾ ਬ੍ਰਹਮ ਗਿਆਨੀ ਬਾਬਾ ਜੀ ਦੇ ਹੱਡੀਆਂ ਦੀ ਬ੍ਰਹਮ ਗਿਆਨੀ ਇਹ ਗੱਲ ਵੀ ਦੱਸਿਆ ਜੇ ਕੋ ਘਾਟੇ ਕਿਉਂ ਰਾਣੀ ਮੈਂ ਜੇ ਆਪਣੇ ਬ੍ਰਹਮ ਗਿਆਨੀ ਹੈਗਾ ਔਰ ਬਣਾ ਜਾऊं ਮੈਂ ਜੇ ਆਪਣੇ ਬ੍ਰਹਮ ਗਿਆਨੀ ਹੈਗਾ ਔਰ ਬਣਾ ਜਾऊं। ਧੰਨ ਬਾਬਾ ਯਾਰ ਤੇਰਾ ਨਾਮ ਜੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਅੱਜ ਦਾ ਸੁਭਾਗਾ ਸਮਾਂ ਜਿਹੜਾ ਕਿ ਮਹਾਂਪੁਰਖਾਂ ਦੀਆਂ ਬਰਸੀਆਂ ਮਨਾਈਆਂ ਜਾ ਰਹੀਆਂ ਨੇ, ਔਰ ਉਹ ਮਹਾਂਪੁਰਖ ਜਿਨ੍ਹਾਂ ਨੇ ਇੱਕ ਵਾਰੀ ਕਿਸੇ ਨੂੰ ਦ੍ਰਿਸ਼ਟੀ ਦੇ ਦਿੱਤੀ ਤਾਂ ਉਹਦਾ ਤਾਰਤਾ ਉਹਨੂੰ। ਔਰ ਅੱਜ ਉਹ ਤਰੇ ਹੋਏ ਪਰਿਵਾਰ ਜਿਹੜੇ ਹੈਗੇ ਗਾਂਹ ਦੀ ਗਾਂਹ ਲੋਕ ਉਹਨਾਂ ਦੇ ਨਾਲ ਅਟੈਚ ਹੋ ਕੇ ਬਹੁਤ ਵੱਡੀ ਜਿਹੜੀ ਹੈਗੀ ਆ ਇੱਕ ਬਾਬਾ ਜੀ ਦੀ ਰਿਆਸਤ ਬਣੀ ਵੀ ਹੈਗੀ ਆ। ਲੋਕ ਹੋਰ ਜੁੜਦੇ ਜਾ ਰਹੇ ਨੇ। ਔਰ ਜਿਹੜੇ ਬੰਦੇ ਨੂੰ ਪਤਾ ਲੱਗਦਾ ਜਦੋਂ ਮਹਾਂਪੁਰਖਾਂ ਦੇ ਇਹ ਕੌਤਕ ਆ, ਉਹ ਬੰਦੇ ਜਿਹੜੇ ਹੈਗੇ ਉਹ ਨਤਮਸਤਕ ਹੁੰਦੇ ਨੇ ਆ ਕੇ। ਅੱਜ ਦਾ ਇਹ ਸਮਾਗਮ ਜਿਹਦੇ 'ਚ ਆਪਾਂ ਦੇਖ ਸਕਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਸੰਗਤਾਂ ਸਵੇਰ ਤੋਂ ਲੈ ਕੇ ਪਹੁੰਚੀਆਂ ਔਰ ਉਹਨਾਂ ਨੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਦੇ ਵਿੱਚ ਸਾਰੀ ਜਿਹੜੀ ਪ੍ਰੋਗਰਾਮ ਚੱਲਦੇ ਰਹੇ। ਬਰਸੀ ਦਾ ਸਮਾਗਮ ਮਨਾਇਆ ਗਿਆ, ਕਥਾ ਕੀਰਤਨ ਅਰਦਾਸ ਹੋਈ। ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਦੇਖੋ ਜੀ, ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਰੀ। ਸੋ ਪੂਰਨ ਸਾਧੂ ਵੱਡੀ ਬੰਦਗੀ ਵਾਲੇ ਸੰਤ ਬਾਬਾ ਭਗਤ ਸਿੰਘ ਜੀ ਹੋਏ। ਬਾਬਾ ਭਗਤ ਸਿੰਘ ਜੀ ਨੂੰ ਬ੍ਰਹਮ ਗਿਆਨੀ ਬਾਬਾ ਹਿਆਰਾ ਸਿੰਘ ਜੀ ਦੀ ਸੰਗਤ ਹੋਈ ਆ, ਤੇ ਐਸਿਆਂ ਦੀ ਸੰਗਤ ਹੋਈ ਆ। ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਖ ਤੀ ਭੋਏ ਗਿਰ ਭਰਿਆ ਕਲੇਜੇ ਛੇ। ਸੋ ਬਾਬਾ ਜੀ ਨੇ ਦੱਸਣਾ ਕੀਤਾ ਕਿ ਜਿਹੜਾ ਕਾਰੋਬਾਰ ਤੇ ਹੈ ਹੀ ਆ, ਕੱਪੜਾ ਵੀ ਵੇਚਿਆ ਬਾਬਾ ਭਗਤ ਸਿੰਘ ਜੀ ਨੇ। ਤੇ ਫਿਰ ਐਸੀ ਵੀ ਮੌਜ ਬਣੀ ਜਿੱਥੇ ਕੋਈ ਵੀ ਕੰਮਕਾਰ ਕਰਨ ਵਾਲਾ ਸੋਚਦਾ ਹੈ ਕਿ ਇਹਦੇ ਵਿੱਚ ਮੈਨੂੰ ਕੀ ਮੁਨਾਫਾ ਹੋਊਗਾ, ਪਰ ਐਸੀ ਵੀ ਅਵਸਥਾ ਬਣ ਗਈ ਜਦੋਂ ਬ੍ਰਹਮ ਗਿਆਨੀ ਬਾਬਾ ਹਿਆਰਾ ਸਿੰਘ ਜੀ ਦੀ ਐਸੀ ਨਜ਼ਰ ਪਈ ਤੇ ਇਹ ਮਹਿਸੂਸ ਹੋਇਆ ਕਿ ਨਾਮ ਜਿਹੜਾ ਹੈ ਉਹ ਹੀਰੇ ਮੋਤੀ ਹਨ, ਤੇ ਬਾਕੀ ਜੋ ਵੀ ਹੈ ਇਹਦੇ ਕੱਚ ਇਕੱਠਾ ਕਰਨਾ ਹੀ ਹੈ। ਫਿਰ ਨਿੱਕੇ ਘੁੰਮਣਾ ਦੇ ਅੱਜ ਵੀ ਸਿੰਘ ਮੌਜੂਦ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਸਾਹਮਣੇ ਉਹਨਾਂ ਨੇ ਆਪਣੀ ਦੁਕਾਨ ਲਟਾਈ, ਤੇ ਜਿੰਨਾ ਵੀ ਕਿਸੇ ਨੇ ਕੋਈ ਦਿੱਤਾ ਪੈਸਾ ਉਹਨਾਂ ਹੀ ਲੈ ਕੇ ਦੁਕਾਨ ਸਾਰੀ ਇੱਕ ਪਾਸੇ ਕਰਕੇ ਤੇ ਬਾਬਾ ਜੀ ਦੇ ਨਾਮ ਦੀ ਕਮਾਈ ਕੀਤੀ ਉਹਨਾਂ ਨੇ। ਤੇ ਐਸਾ ਨਾਮ ਜਪਿਆ ਕਿ ਜਨ ਪਰ ਪੁਕਾਰੀ ਆਏ, ਜੀ ਦਾਨ ਦੇ ਭਗਤੀ ਲੈਣ ਹਰ ਸੋ ਲੈਣ ਮਿਲਾਏ। ਇਹ ਜਿੰਨੀ ਵੀ ਸੰਗਤ ਬੈਠੀ ਹੋਈ ਆ ਨਾ ਵੀਰ ਜੀ, ਇਹਨਾਂ ਦੀ ਸਾਰਿਆਂ ਦੇ ਅੰਦਰ ਇੱਕ ਕਿਤਾਬ ਬਣੀ ਹੋਈ ਆ ਉਹਨਾਂ ਦੇ ਬਚਨਾਂ ਦੀ। ਕਿਸੇ ਨੂੰ ਵੀ ਪੁੱਛ ਲਓ ਵੀ ਤੁਸੀਂ ਕਿਉਂ ਜੁੜੇ ਹੋ, ਤੇ ਉਹ ਦੱਸੇਗਾ ਕਿ ਮੈਨੂੰ ਬਾਬਾ ਜੀ ਨੇ ਇੱਦਾਂ, ਮੈਂ ਦੁਖੀ ਸੀ, ਮੈਂ ਰੋਗੀ ਹੋਇਆ, ਠੀਕ ਹੋਇਆ, ਕਿਸੇ ਦੇ ਨਸ਼ੇ ਛਡਾਏ, ਕਿਸੇ ਦਾ ਬਾਹਰ ਦਾ ਕੰਮ ਬਣਿਆ। ਇੱਕ ਸਾਡੇ ਨਗਰ ਦਾਦੂਵਾਲ ਦਾ ਉਹ ਵੀਰ ਕਹਿੰਦਾ, ਸਾਡਾ ਗਵਾਂਢੀ ਬਾਬਾ ਜੀ ਸਾਡੇ ਘਰ ਆਏ ਸੀ ਬਾਬਾ ਭਗਤ ਸਿੰਘ ਜੀ, ਤੇ ਉਹ ਗਵਾਂਢੀ ਕਹਿੰਦਾ ਕਿ ਬਾਬਾ ਜੀ ਮੈਂ ਫੌਜ 'ਚ ਭਰਤੀ ਹੋ ਜਾਊਂਗਾ। ਤੇ ਮਹਾਂਪੁਰਸ਼ ਕਹਿੰਦੇ ਵੀ ਫੌਜ 'ਚ ਭਰਤੀ ਚੱਲ, ਇੱਦਾਂ ਕਰੀ ਵੀ ਘੁੰਮਣੀ ਨਾ ਇੱਕ ਤਨਖਾਹ ਚੜਾ ਦੇ, ਜਿਹੜੀ ਪਹਿਲੀ ਤਨਖਾਹ ਨਾ। ਤੇ ਉਹ ਕਹਿੰਦਾ ਕਿ ਇਹਦੇ ਬੜੀ ਜ਼ਿਆਦਾ ਵਾ, ਅਜੇ ਭਰਤੀ ਹੋਇਆ ਨਹੀਂ ਤੇ ਫਿਕਰ ਪਹਿਲਾਂ ਪੈ ਗਿਆ ਕਿ ਤਨਖਾਹ ਜ਼ਿਆਦਾ ਵਾ। ਤੇ ਇਹਨੇ ਦਿਆਲੂ ਕਿਰਪਾਲੂ ਹੱਸ ਕੇ ਕਹਿੰਦੇ ਚੱਲ ਅੱਧੀ ਚੜਾ ਦੇ। ਹਾਂਜੀ, ਤੇ ਉਹ ਅੱਜ ਫੌਜ ਭਰਤੀ ਆ, ਆਨੰਦ ਮਾਣਨ ਡਿਆ। ਤੇ ਇਸੇ ਤਰ੍ਹਾਂ ਹੀ ਜੋ ਵੀ ਆ ਗਿਆ ਤੇ ਉਹਦਾ ਭਲਾ ਕਰਦੇ ਹਨ ਮਹਾਂਪੁਰਸ਼, ਤੇ ਸੱਚ ਨਾਲ ਹੀ ਜੋੜਨ ਵਾਸਤੇ ਆਉਂਦੇ ਹਨ। ਤੇ ਇਹ ਜੋ ਸਾਰਾ ਸਮਾਗਮ ਹੋਇਆ ਨਵੀਪੁਰ ਵਿਖੇ, ਇਹ ਹਰ ਸਾਲ ਹੀ ਹੁੰਦਾ ਹੈ। ਬੜੀ ਦੂਰ ਤੋਂ ਸੰਗਤਾਂ ਨਾਲ ਦੇ ਵਿੱਚ ਵੀਰ ਜੀ ਦਿੱਲੀ ਤੋਂ ਬੈਠੇ ਆ, ਕੋਈ ਕਾਂਗੜਾ ਤੋਂ ਆਇਆ ਹੈ ਜਾਂ ਕੋਈ ਕਿਸੇ ਪਾਸਿਓਂ ਆਇਆ, ਬੜੀ ਦੂਰ ਦਰਾਡਿਆਂ ਤੋਂ ਇੱਕ ਪਿਆਰ ਵਿੱਚ ਚੱਲ ਕੇ ਆਏ ਹਨ। ਇਹ ਮਹਾਂਪੁਰਸ਼ਾਂ ਦਾ ਸੰਗ ਬੜਭਾਗੀ ਪਾਈ। ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਹੋਇਆ, ਇਹੋ ਹੀ ਕਹਾਂਗਾ ਕਿ ਨਾਮ ਬਾਣੀ ਜਿਹੜੀ ਹੈ, ਜਿਹਨੇ ਇਹਨੂੰ ਜਪ ਲੈਂਦੇ ਮੰਨ ਲੈਂਦੇ ਹਨ, ਉਹਦਾ ਨਾਂ ਸਾਧੂ ਹੈ। ਕੋਈ ਲੱਗ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਤੋਂ। ਜਿੱਦਾਂ ਕਈ ਵਾਰੀ ਕਈ ਪ੍ਰਚਾਰ ਹੋ ਰਿਹਾ ਹੁੰਦਾ, ਸਾਧੂ ਨਹੀਂ ਹੁੰਦੇ, ਬਾਣੀ ਹੁੰਦੀ ਆ। ਬਾਣੀ ਤਾਂ ਗੁਰੂ ਗ੍ਰੰਥ ਸਾਹਿਬ ਦੀ, ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਕਿਹਨੇ ਆ? ਜਿਨ੍ਹਾਂ ਨੇ ਸਵਾਸ ਜਪਿਆ, ਜਿਨ੍ਹਾਂ ਨਾਮ ਜਪਿਆ, ਉਹਨਾਂ ਦੇ ਦਰ ਤੇ ਆਏ ਆ ਜਿਨ੍ਹਾਂ ਨੇ ਜਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਭਗਤ ਸਿੰਘ ਜੀ, ਧੰਨ ਧੰਨ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਿਆਰਾ ਸਿੰਘ ਜੀ, ਉਹਨਾਂ ਦੇ ਧੰਨ ਧੰਨ ਬਾਬਾ ਭਗਤ ਸਿੰਘ ਜੀ ਦੇ ਅਲਾਈ ਬਚਨ ਜੋ ਕਿ ਕੌਤਕ ਜਿਹੜੇ ਆ ਜੀ, ਉਹਨਾਂ ਦੇ ਕਹਿਣ ਕਥਨ ਤੋਂ ਬਾਅਦ ਇੱਕ ਵਾਰ ਦੀ ਗੱਲ ਆ ਜੀ, ਅਸੀਂ ਐਸੇ ਸਥਾਨ ਤੇ ਬੈਠੇ ਆ, ਸੰਤ ਬਾਬਾ ਜੀ ਕਹਿੰਦੇ ਕਿ ਆਪਾਂ ਇੱਕ ਇੱਥੇ ਤੇਰੇ ਕੋਲ 3 ਗਾਵਾਂ ਵਾ, ਇੱਕ ਗਾਂ ਇੱਥੇ ਲੈ ਆਈਏ ਤੇ ਇੱਥੇ ਆ ਬਾਈਪਾਸ ਦੇ ਉੱਤੇ ਬਣ ਛੜਾਂਗੇ, ਪੱਠੇ ਪਾ ਕੇ, ਪੱਠੇ ਪਾਉਣ ਦੀ ਲੋੜ ਕੋਈ ਨਹੀਂ, ਉਹਨੇ ਚਰ ਲੈਣਾ ਤੇ ਦੁੱਧ ਚੋ ਕੇ ਤੇ ਖੀਰ ਖਾਰ ਬਣਾ ਲਈ ਤੇ ਖਾਵਾ ਪੀਆਂਗੇ। ਬਾਅਦ ਦੇ ਵਿੱਚ ਆਪਾਂ ਇੱਥੋਂ ਚੱਲ ਗਏ ਜੀ ਕਲਾਨੌਰ ਰੋਡ ਤੱਕ। ਉੱਥੋਂ ਆਪਾਂ ਸੇਬ ਲਏ ਆ ਥੋੜ੍ਹੇ ਜਿਹੇ ਜੀ, ਸੇਬ ਲੈ ਕੇ ਇੱਕ ਸੇਬ ਉਹਨਾਂ ਆਪ ਫੜਿਆ, ਇੱਕ ਮੈਨੂੰ ਫੜਾਇਆ, ਖਾਂਦੇ ਆਉਂਦੇ ਆ। ਪਤਾ ਨਹੀਂ ਜੀ ਉਹਨਾਂ ਨੇ ਉਹ ਲਿਫਾਫੇ ਦੇ ਵਿੱਚ ਕਿੰਨੇ ਪੈਸੇ ਪਾਏ ਉਹਦਾ ਮੈਨੂੰ ਪਤਾ ਨਹੀਂ। ਇੱਕ ਸਕੂਟਰ ਵਾਲਾ ਆਉਂਦਿਆ, ਉਹਨੂੰ ਹੱਥ ਦਿੱਤਾ, ਉਹਨਾਂ ਨੂੰ ਹੱਥ ਦੇ ਕੇ ਉਹ ਲਿਫਾਫਾ ਉਹਨਾਂ ਨੂੰ ਫੜਾਇਆ। ਮੈਂ ਇਹਨਾਂ ਨੂੰ ਪੁੱਛਿਆ ਕਿ ਸੰਤ ਜੀ, ਬਾਬਾ ਜੀ ਇਹ ਕੀ ਕੌਤਕ ਆ? ਬਾਬਾ ਜੀ ਕਹਿੰਦੇ ਇਹ ਆਪਣੇ ਸਹੁਰੇ ਚੱਲਿਆ, ਇਸ ਨੂੰ ਇਹਦੇ ਘਰਦਿਆਂ ਨੇ ਕੋਈ ਪੈਸਾ ਨਹੀਂ ਦਿੱਤਾ। ਤੇ ਬੱਚੀ ਦੇ ਵੀ ਮਨ 'ਚ ਆ ਕਿ ਕੋਈ ਨਾ ਕੁਝ ਜਦੋਂ ਪੇਕੇ ਘਰ ਜਾਂਦੀ ਆ, ਉਹਦੇ ਛੋਟੇ ਬੱਚੇ ਹੁੰਦੇ ਆ ਤੇ ਉਹਨਾਂ ਦਾ ਹੁੰਦਾ ਵਾ ਕਿ ਭੂਆ ਆਈ ਆ, ਕੋਈ ਖਾਣ ਨੂੰ ਲਿਆਏਗੀ। ਇਸ ਕਰਕੇ ਇਹਦੇ ਵਿੱਚ ਮੈਂ ਇੱਕ 100 ਦਾ ਨੋਟ ਪਾਇਆ
ਤੇ ਇਹ ਜਿਹੜਾ ਸੇਬ ਹਾਂ ਇਹਨਾਂ ਨੂੰ ਦਿੰਦੇ ਆ ਇਹ ਉੱਥੇ ਲੈ ਜਾਣਗੇ ਤੇ ਇਸ ਕਰਕੇ ਉਹ ਪੂਰਨ ਬ੍ਰਹਮ ਗਿਆਨੀ ਉਹ ਦਿਲਾਂ ਦੀਆਂ ਜਾਨਾਂ ਹਾਰ ਇਹੋ ਜਿਹੇ ਕੌਤਕ ਮੇਰੇ ਨਾਲ ਕਾਫੀ ਹੋਏ। ਇੱਕ ਸਾਡਾ ਕਾਕਾ ਜੀ ਵੱਡਾ ਕਾਕਾ ਜੋ ਕਿ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ ਗਿਆ ਤੇ ਉਸ ਦੇ ਮਨ ਦੇ ਵਿੱਚ ਆਇਆ ਕਿ ਮੈਂ ਪੁਲਿਸ 'ਚ ਭਰਤੀ ਹੋਣਾ ਵਾਂ। ਬਾਬਾ ਜੀ ਦੇ ਕੋਲ ਚਲ ਗਏ। ਬਾਬਾ ਜੀ ਨੇ ਪੁੱਛਿਆ ਉਸ ਨੂੰ ਕਿ ਬੇਟਾ ਕਿੱਦਾਂ ਤੂੰ ਪੁਲਿਸ 'ਚ ਭਰਤੀ ਹੋਣਾ ਕਿ ਬਾਹਰ ਜਾਣਾ? ਉਹ ਕਾਕਾ ਕਹਿੰਦਾ ਜੀ ਮੈਂ ਬਾਹਰ ਜਾਣਾ। ਵੇਖੋ ਜੀ ਉਹ ਉਸ ਦਾ ਵੀਜ਼ਾ ਆ ਗਿਆ, ਉਹ ਬਾਹਰ ਚਲ ਗਿਆ। ਬਾਅਦ ਦੇ ਵਿੱਚ ਉਸ ਦਾ ਪੁਲਿਸ ਦੇ ਵਿੱਚ ਜਿਹੜਾ ਹੀ ਉਹਦਾ ਟੈਸਟ ਦਿੱਤਾ, ਉਹਦੇ ਬਾਅਦ ਦੇ ਵਿੱਚ ਉਹਦਾ ਰਿਜ਼ਲਟ ਸਾਡੇ ਘਰ ਉਹਦੀ ਅਜੇ ਵੀ ਪਈ ਰਿਪੋਰਟ ਜਿਹੜੀ ਆਈ ਆ ਉਹ ਅਜੇ ਵੀ ਘਰ ਪਈ ਜੀ। ਪਰ ਉਹਦੇ ਮਨ ਦੇ ਵਿੱਚ ਹੀ ਕਿ ਮੈਂ ਬਾਹਰ ਜਾਣਾ, ਇਸ ਕਰਕੇ ਉਹ ਦਿਲਾਂ ਦੀਆਂ ਜਾਣਨ ਵਾਲੇ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਭਗਤ ਸਿੰਘ ਜੀ ਹੋਏ। ਤੇ ਜੋ ਕਿ ਮੈਨੂੰ ਜੋ ਵੇਖੋ ਜੀ ਇਹ ਮੌਕਾ ਮੌਜੂਦਾ ਵਾ, ਮੈਨੂੰ ਪਿੰਡ ਦੇ ਵਿੱਚ ਕੋਈ ਮੰਗਿਆ ਸਾਈਕਲ ਨਹੀਂ ਦਿੰਦਾ ਤੇ ਇਸ ਮੌਕਿਆ ਉਹਨਾਂ ਦੀ ਕਿਰਪਾ ਦੇ ਸਦਕਾ ਦੁਨੀਆਦਾਰੀਆਂ ਵਾਲੀਆਂ ਚੀਜ਼ਾਂ ਘਰ ਟਰੈਕਟਰ ਖਿਲਾਰੇ ਆ, ਹਰ ਚੀਜ਼ ਦੁਨੀਆਦਾਰੀ ਵਾਲੀ ਖਿਲਾਰੀ ਜੀ। ਉਹਨਾਂ ਦੇ ਅਲਾਈ ਬਚਨ ਉਹਨਾਂ ਨੇ ਉੱਥੇ ਸਾਡੇ ਕੋਲ 3 ਕਮਰੇ ਹੀ ਪੱਧਰੇ ਜੇ ਜੀ। ਇਹ ਉਹਨਾਂ ਨੇ ਬਚਨ ਕੀਤਾ ਕਿ ਇੱਥੇ 3 ਕੋਠੀਆਂ ਪੈਣੀਆਂ ਨੇ। ਜਾ ਕੇ ਵੇਖੋ ਜੀ 2 ਮੰਜ਼ਲੀਆਂ 3 ਮੰਜ਼ਲੀਆਂ ਕੋਠੀਆਂ ਬਣੀਆਂ, ਜਾ ਕੇ ਵੇਖ ਸਕਦੇ ਜੇ। ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਬਾਬਾ ਭਗਤ ਸਿੰਘ, ਧੰਨ ਬਾਬਾ ਭਗਤ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣ ਵਾਲੇ ਗੁਰੂ ਨਾਨਕ ਜੋਤ ਉਹਨਾਂ ਦੇ ਪੂਜਨੀਕ ਸੇਵਕ ਬਾਬਾ ਭਗਤ ਸਿੰਘ ਜੀ, ਜਿਨ੍ਹਾਂ ਨੂੰ ਉਹਨਾਂ ਨੇ ਨਾਮਦਾਨ ਦੇ ਕੇ ਆਪਣੇ ਵਰਗਾ ਹੀ ਬਣਾ ਦਿੱਤਾ ਸੀ। ਜਿਸ ਤਰ੍ਹਾਂ ਪਹਿਲਾਂ ਵੀ ਭਾਈ ਸਾਹਿਬ ਨੇ ਗੁਰਬਾਣੀ ਦੀ ਤੋਂ ਪੜ੍ਹੀ ਹੈ, ਸਾਧ ਕੀ ਮਹਿਮਾ ਭੇਦ ਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ। ਤੋ ਇਹ ਦਾਸ ਕੀ ਕਵੇ ਉਹਨਾਂ ਦੇ ਬਾਰੇ, ਕੁਝ ਕਹਿਣ ਨੂੰ ਸਾਡੀ ਕਰਤੂਤ ਨਹੀਂ ਹੈ ਉਹਨਾਂ ਦੇ ਬੋਲਣ ਕਹਿਣ ਦੇ ਬਾਰੇ। ਇੱਕ ਵਾਰਾਂ ਦੀ ਗੱਲ ਹੈ, ਦਾਸ ਦੇ ਘਰ ਬੈਠੇ ਸੀ, ਸੁਬਾਹ ਆਈ ਤੇ ਕਹਿੰਦੇ ਬਾਹਰੋਂ ਫਿਰ ਆਈਏ। ਬਾਹਰ ਨੂੰ ਗਏ ਕਿੱਧਰ? ਪਿੰਡ ਦੀਆਂ ਮੜੀਆਂ ਦੇ ਵਿੱਚ। ਉੱਥੇ ਜਾ ਕੇ ਬਹਿ ਗਏ। ਐਤਵਾਰ ਦਾ ਦਿਨ ਸੀ। ਸੰਗਤਾਂ ਘੁੰਮਣਾ ਨੂੰ ਜਿਹੜੀਆਂ ਆਉਂਦੀਆਂ ਸੀ ਉਹ ਪੁੱਛਦੀਆਂ ਇੱਕ ਸਿੰਘ ਡਡਵਾ ਤੋਂ ਆਉਂਦਾ ਸੀ, ਉਹ ਮੈਂ ਚਲ ਗਿਆ। ਉਹ ਜੇ ਉੱਥੇ ਪਹੁੰਚਿਆ ਨਹੀਂ ਤੇ ਦਾਸ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਡਡਵਾ ਵਾਲਾ ਸਿੰਘ ਆਉਣ ਡਿਆ ਵਾ, ਬਾਬਾ ਜੀ ਘਰ ਨੂੰ ਚੱਲੀਏ। ਉਹਨਾਂ ਕੋਈ ਜਵਾਬ ਨਹੀਂ ਦਿੱਤਾ। ਅਸੀਂ ਵੀ ਚੁੱਪ ਕਰ ਗਏ। ਉਹਦੇ ਝਾਤੀ ਪੈ ਗਈ ਬਾਬਾ ਜੀ ਨੂੰ, ਉਹਨੇ ਦੇਖ ਲਿਆ। ਉਹ ਸਿੱਧਾ ਮੋਟਰਸਾਈਕਲ ਲੈ ਕੇ ਉੱਥੇ ਚਲ ਗਿਆ। ਕੁਝ 2-4 ਸਰੀਰ ਪਿੰਡ ਦੇ ਵੀ ਲਾਗੇ ਬੈਠੇ ਸੀ। ਉਸ ਤੋਂ ਬਾਅਦ ਭਾਈ ਸਾਹਿਬ ਧੌਲਪੁਰ ਤੋਂ ਬੈਠੇ ਆ, ਇਹ ਵੀ ਘੁੰਮਣਾ ਤੋਂ ਪੁੱਛਦੇ ਬੜਾਜੀਆਂ ਗੱਡੀ ਲੈ ਕੇ ਸਿੱਧੇ ਗੱਡੀ ਮੜੀਆਂ 'ਚ ਲੈ ਕੇ ਚਲੇ ਗਏ। ਸੰਗਤ ਦੇ ਜੀ ਚਾਰ ਉੱਥੇ ਹੋ ਗਏ। ਦਾਸ ਦੇ ਮਨ 'ਚ ਫੁਰਨਾ ਆ ਗਿਆ ਫਿਰ ਕਿ ਬਾਬਾ ਜੀ ਘਰ ਵੀ ਨਹੀਂ ਜਾਂਦੇ ਤੇ ਸੰਗਤ ਵੀ ਆਈ ਆ, ਤੇ ਚਲੋ ਕੁਝ ਥੋੜੀ ਜਿਹੀ ਚਾਹ ਬਣਾ ਲਈਏ ਸੰਗਤ ਵਾਸਤੇ। ਬਾਬਾ ਜੀ ਨਾਲ ਬਚਨ ਕਰਕੇ ਮਨ 'ਚ ਫੁਰਨਾ ਆਇਆ। ਬਚਨ ਬਾਬਾ ਜੀ ਨਾਲ ਇਹ ਕੀਤਾ ਨਹੀਂ, ਉਹ ਦਿਲਾਂ ਦੀਆਂ ਜਾਣਨ ਵਾਲੇ ਜੀ। ਕਹਿੰਦੇ ਜਾਗ ਪਾਲਿਆ ਘਰੋਂ ਥੋੜੀ ਚਾਹ ਬਣਾ ਲਿਆ। ਦਾਸ ਘਰ ਜਾ ਕੇ ਚਾਹ ਬਣਾ ਲਿਆ। ਥੋੜੀ ਚਾਹ ਸੰਗਤ ਨੇ ਪੀਤੀ। ਉਹ ਫਿਰ ਤਾਂ ਗੁਰਮਾਇ ਸਿੰਘ ਗੱਡੀ ਲੈ ਕੇ ਆਏ ਸੀ, ਇੱਕ ਇਹਨਾਂ ਦੇ ਨਾਲ ਹੋਰ ਭਾਈ ਸਾਹਿਬ ਜੀ ਗੱਡੀ 'ਤੇ ਆਏ। ਫਿਰ ਉਹਨਾਂ ਨੂੰ ਕਹਿੰਦੇ ਬਾਬਾ ਜੀ ਸਾਡੇ ਨਾਲ ਚਲੋ। ਉਹ ਗੱਡੀ ਲੈ ਵਿੱਚ ਬੈਠ ਕੇ ਉੱਥੋਂ ਹੀ ਫਿਰ ਉਹਨਾਂ ਦੇ ਨਾਲ ਚਲੇ ਗਏ। ਉਹ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੀ, ਕਿਸੇ ਨੂੰ ਕਹਿੰਦੇ ਕੁਛ ਨਹੀਂ ਸੀ, ਪਰ ਉਹਨਾਂ ਨੂੰ ਹਰ ਇੱਕ ਦੇ ਮਨ ਦੀ ਸੋਝੀ ਹੁੰਦੀ ਸੀ। ਉਹਨਾਂ ਨੂੰ ਇਹਦੇ ਮਨ ਦੇ ਵਿੱਚ ਕੀ ਗੱਲ ਆ, ਕੀ ਫੁਰਨਾ ਵਾ, ਉਹ ਬਿਨਾਂ ਬੋਲਿਆਂ ਦੱਸ ਦਿੰਦੇ ਸੀ ਕਿ ਉਹ ਇੰਨੀ ਸ਼ਕਤੀ ਦੇ ਮਾਲਕ ਸੀ। ਲੋਕ ਤਰ੍ਹਾਂ ਦੀਆਂ ਕਈ ਗੱਲਾਂ ਵੀ ਕਰਦੇ ਸੀ ਉਹਨਾਂ ਨੂੰ, ਪਰ ਉਹਨਾਂ ਕਦੇ ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ। ਬਹੁਤ ਹੀ ਸਹਿਣਸ਼ੀਲਤਾ ਵਾਲਾ ਸੁਭਾਅ ਸੀ ਉਹਨਾਂ ਦਾ, ਬਹੁਤ ਹੀ ਨਿਮਰਤਾ ਵਾਲਾ, ਸਹਿਣਸ਼ੀਲਤਾ ਵਾਲਾ ਤੇ ਸਵਾਸ ਨਾਮ ਜਪਣ ਵਾਲੀ ਰੂਹ ਸੀ। ਜਦੋਂ ਉਹਨਾਂ ਦੇ ਕੋਲ ਜਾ ਕੇ ਬੈਠਦਾ ਸੀ, ਇਤਨਾ ਵੀ ਮਨ ਪਰੇਸ਼ਾਨ ਹੋਵੇ ਕਿ ਮਨ ਸ਼ਾਂਤ ਹੋ ਜਾਂਦਾ ਸੀ। ਉਹ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਉਹ ਆਤਮਾ ਸੀ ਜਿਹੜੀ
ਜਿਹੜੀ ਨਿੱਕੇ ਘੁੰਮਣਾ ਦੇ ਵਿੱਚ ਆਈ ਸੀ ਵਾਹਿਗੁਰੂ ਤੇ ਬਹੁਤ ਹੀ ਸੋਧਕਿਆ ਉਹਨਾਂ ਦੇ ਦਾਸ ਨੇ ਅੱਗੇ ਵੀ ਬੇਨਤੀ ਕੀਤੀ ਸੀ ਕਿ ਸਮਾਂ ਬਹੁਤ ਚਾਹੀਦਾ ਉਹਨਾਂ ਦੀਆਂ ਕਥਾ ਕਹਾਣੀਆਂ ਕਰਨ ਵਾਸਤੇ। ਵਾਹਿਗੁਰੂ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਗਾ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।